अवतार उजागर आन कियो। तिनके दुख कोटक दूर गए, मथुरा जिने अमृत नाम पियो। एह पद्धत ते मत चूकै हरे, मन भेद विभेद न जान बियो। परतश हृदय गुरु अर्जन कै, हर पूरन ब्रह्म निवास लियो। बाणी गुरु गुरु है बाणी, विच बाणी अमृत सारे। गुरबाणी कहै सेवक जन मानै, परतख गुरु निस्तारे। अंदर सच्चा ने हो लाया, प्रीतम अपने। तन मन होए निहाल, जां गुर देखा सामने। चवर छतर तखत दे मालक साहिब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत की फतेह प्रवान करो। वाहिगुरू जी का खालसा, वाहिगुरू जी की फतेह। धन धन श्री गुरु ग्रंथ साहिब सच्चे पातशाह जी दे पहले प्रकाश दिहाड़े नूं समर्पित ये महान गुरमत समागम गुरुद्वारा श्री गुरु सिंह सभा नारायणा विहार नवीं दिल्ली विखे समूह प्रबंधक जनां वल्लों आप सरबत संगत के सहयोग सदका मनाए जा रहे हैं। दास तो पहला बड़े प्रेम सहित आप संगतां ने गुरु की अमृतमयी बाणी दे कीर्तन सरवण कीते हैं। आओ कलयुग दे बोहित भव सागर तो तारनहार धन धन श्री आदि गुरु ग्रंथ साहिब महाराज जी दे प्रकाश दे संदर्भ विच जो इतिहास है उस नाल जुड़ करके अपने समय नूं जीवन नूं सफला करिए। दीन दुनिया दे मालक गुरु अर्जन साहिब सच्चे पातशाह जी ने शब्द गुरु सानू बख्शे ने। ये स्वरूप जो श्री आदि ग्रंथ साहिब दा है गुरु पातशाह दी देन है। पोथियां दे विच सिखां दे हिरदे अंदर बाणी तां सी, वड्डियां गुरु नानक साहिब पातशाह दी वड्डियां गुरां दी उचारी बाणी संगियां नूं सिखां नूं कंठ तां सी। और थां थां जिहड़े सेवक सन ओह बाणी लिखदे भी सन, पर बाणी अकाल पुरख दे बोल ते तुहानू समझ है जिथे हीरा होवे उत्थे कच भी इकट्ठा हो जाता है, जिथे सोने दे गहने होण उत्थे मुलम्मे दे गहने नाल मार्केट च तैयार हो जाते ने। ये बाणी सी सच्ची ते नाल कच्ची बाणी भी लिखण लग पे सन लोग ते नानक लफ्ज़ वरत लिया करते सन। गुरु पातशाह ने जतन आरंभ कीते ने भी जिन्नी भी वड्डियां गुरां दी बाणी है एकत्र करके एक स्वरूप दे विच अकाल पुरख दे जो बोल ने, परमात्मा दे जो बोल ने, तुरकी जो बाणी है एकत्र करके एक स्वरूप दे विच एक ग्रंथ दे विच एकत्र करके समुची मनुखता दे भले दे लई उसका प्रकाश किया जाए।
ਗੁਰਬਾਣੀ ਦਾ ਇੱਕ ਫੁਰਮਾਨ ਹੈ, ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਹਨੂੰ ਸੱਚ ਕਰਕੇ ਮੰਨਣਾ ਹੈ। ਜੋ ਬਾਣੀ ਕਹਿੰਦੀ ਹੈ ਸੱਚ ਕਰਕੇ ਮੰਨਣਾ ਹੈ। ਔਰ ਇੱਕ ਵਾਰ ਸੱਤ ਨਹੀਂ ਕਿਹਾ, ਸਤ ਸਤ ਕਰ ਪ੍ਰੋੜਤਾ ਕੀਤੀ ਹੈ ਵੀ ਸੱਚ ਸਮਝਣਾ ਹੈ। ਗੁਰਾਂ ਦੀ ਬਾਣੀ ਵਿੱਚ, ਬੋਲਾਂ ਵਿੱਚ ਬੜੀ ਤਾਕਤ ਹੈ, ਬੜੀਆਂ ਬਰਕਤਾਂ ਨੇ ਇਹਨਾਂ ਬੋਲਾਂ ਦੇ ਵਿੱਚ। ਬੜੀ ਪਹੁੰਚ ਦੇ ਮਾਲਕ ਨੇ ਗੁਰੂ ਸਾਹਿਬ, ਗੁਰੂ ਅਰਜਨ ਸਾਹਿਬ ਪਾਤਸ਼ਾਹ। ਉਹਨਾਂ ਦੇ ਬੋਲਾਂ ਵਿੱਚ ਇੰਨੀ ਤਾਕਤ ਹੈ ਵੀ ਇੱਕ ਵਾਰ ਬੈਠੇ ਹੋਏ ਨੇ, ਅੰਮ੍ਰਿਤਸਰ ਦਾ ਇਲਾਕਾ ਹੈ, ਰਾਮਸਰ ਪਵਿੱਤਰ ਸਥਾਨ ਗੁਰਾਂ ਕਾ ਰਾਮਦਾਸਪੁਰ। ਹੁਣ ਘਰ ਦੇ ਵਿੱਚ ਜਦੋਂ ਪਾਠਕ ਪੈ ਜਾਵੇ, ਗੁਰੂ ਘਰ ਦੇ ਨਾਲ ਈਰਖਾ ਰੱਖਣ ਵਾਲੇ ਮੁਗਲਿਆ ਸਲਤਨਤ ਦੇ ਲੋਕ ਉਹ ਬੜੇ ਉਤਾਵਲੇ ਹੋ ਗਏ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੋਂ ਇਹ ਗੁਰਤਾ ਗੱਦੀ ਦੀ ਸੇਵਾ ਖੋਹ ਕੇ ਪ੍ਰਿਥਵੀ ਚੰਦ ਨੂੰ ਤਿਲਕ ਕਰ ਦਿੱਤਾ ਜਾਵੇ। ਘਰ 'ਚ ਪਾਠਕ ਪੈ ਗਿਆ। ਪ੍ਰਿਥਵੀ ਚੰਦ ਮੁਗਲਾਂ ਦੀਆਂ ਉਂਗਲਾਂ ਤੇ ਨੱਚਣ ਲੱਗ ਪਿਆ। ਜਹਾਂਗੀਰ ਦੇ ਦਰਬਾਰ ਦਾ ਵਜ਼ੀਰ ਸੁਲੀ ਤੇ ਸੁਲਭੀ ਇਹ ਸੱਜਣ ਬਣ ਗਏ ਇਹਦੇ, ਪ੍ਰਿਥਵੀ ਚੰਦ ਦੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਖਤਮ ਕਰਵਾਉਣ ਦੇ ਲਈ ਸੁਲਹੀ ਨੂੰ ਕੁਝ ਪੈਸੇ ਦੇ ਕੇ ਪ੍ਰਿਥਵੀ ਚੰਦ ਨੇ ਲਾਹੌਰੋਂ ਸੱਦਿਆ। ਪ੍ਰਿਥਵੀ ਚੰਦ ਦੇ ਸੱਦੇ ਤੇ ਜਦੋਂ ਸੁਲਹੀ ਆਇਆ ਹਜ਼ਾਰਾਂ ਫੌਜਾਂ ਲੈ ਕੇ, ਤੇ ਸਿੱਖਾਂ ਨੇ ਇਤਲਾਹ ਕਰ ਦਿੱਤੀ ਪਾਤਸ਼ਾਹ ਸੁਲਹੀ ਨੇ ਹੱਥ ਵਿੱਚ ਕਟਾਰ ਫੜੀ ਹੈ, ਤੇ ਵਾਰ-ਵਾਰ ਇਹ ਗੱਲ ਕਹਿੰਦਾ ਸੁਣਿਆ ਹੈ ਵੀ ਮੈਂ ਗੁਰੂ ਅਰਜਨ ਦਾ ਸਿਰ ਵੱਢਣ ਆ ਰਿਹਾ ਹਾਂ। ਐਸੇ ਉਹਦੇ ਭੱਦੇ ਬੋਲ ਨੇ। ਹੁਣ ਕੀ ਹੋਣਾ ਚਾਹੀਦਾ ਹੈ? ਤੇ ਗੁਰੂ ਅਰਜਨ ਸਾਹਿਬ ਕਹਿੰਦੇ ਹੁਣ ਤੇ ਆ ਹੀ ਗਿਆ, ਤੇ ਜੇ ਆ ਗਿਆ ਹੈ ਉਹ ਅਕਾਲ ਪੁਰਖ ਪਰਮਾਤਮਾ ਸਾਡਾ ਉਹੀ ਆਸਰਾ ਹੈ, ਉਹੀ ਰੱਖਿਆ ਕਰਨ ਵਾਲਾ ਹੈ, ਸਿੱਖਾਂ ਸੇਵਕਾਂ ਤੇ ਬਖਸ਼ਿਸ਼ ਕਰਨ ਵਾਲਾ ਹੈ। ਸੁਲਹੀ ਤਿਆਰੀ ਕਰਕੇ ਪਹੁੰਚ ਗਿਆ ਤੇ ਹੇਰਾਂ ਇੱਕ ਤਾਲ ਲਵਾਇਆ ਸੀ ਪ੍ਰਿਥਵੀ ਚੰਦ ਨੇ, ਜਿਵੇਂ ਸਾਡੇ ਹਰਿਮੰਦਰ ਸਾਹਿਬ ਹੈ ਨਾ, ਵਿਚਕਾਰ ਗੁਰੂ ਪਾਤਸ਼ਾਹ ਦਾ ਸਥਾਨ ਹੈ, ਇਰਦ ਗਿਰਦ ਸਰੋਵਰ ਹੈ। ਉਹਨੇ ਬਿਲਕੁਲ ਬਨਾਵਟ ਦੇ ਨਾਲ ਹੇਰਾਂ ਪਿੰਡ ਆਪਣੇ ਲਈ ਐਸਾ ਸਥਾਨ ਬਣਾਇਆ ਸੀ, ਔਰ ਨਾਲ ਕਾਰੋਬਾਰ ਵੀ ਸ਼ੁਰੂ ਕੀਤੇ ਸਨ। ਭੱਠਾ ਲਾਇਆ ਸੀ ਇੱਟਾਂ ਪਕਾਉਣ ਵਾਲਾ। ਹੁਣ ਤਕੜੇ ਬੰਦੇ ਦਾ ਸੁਭਾਅ ਹੁੰਦਾ ਵੀ ਜਦੋਂ ਕੋਈ ਪ੍ਰਾਹੁਣਾ ਆਵੇ ਨਾ ਮਿਲਣ, ਕੋਈ ਸੱਜਣ ਮਿੱਤਰ ਆਵੇ, ਉਹਨੂੰ ਫਿਰ ਘੇਰੇ ਘੇਰੇ ਫੈਕਟਰੀਆਂ ਵਿਖਾਉਂਦਾ ਵੀ ਆਹ ਸਾਡਾ ਕਾਰੋਬਾਰ ਹੈ। ਪ੍ਰਿਥਵੀ ਚੰਦ ਸੁਲੀ ਨੂੰ ਕਹਿੰਦਾ ਵੀ ਸਿਰ ਤੇ ਵਾਢੀ ਲਿਆਉਣਾ ਹੈ ਤੂੰ, ਮਾਲਕ ਤੇ ਮੈਨੂੰ ਬਣਾ ਹੀ ਦੇਣਾ ਹੈ ਤੁਸੀਂ, ਤੇ ਉਸ ਤੋਂ ਪਹਿਲਾਂ ਆ ਤੈਨੂੰ ਮੈਂ ਜਿਹੜਾ ਪੱਠਾ ਲਾਇਆ ਹੈ, ਜੋ ਜਾਇਦਾਦ ਹੈ ਮੇਰੇ ਪਾਸ, ਉਹ ਸਾਰੀ ਦਿਖਾਵਾਂ। ਦਿਖਾਉਂਦਾ ਦਿਖਾਉਂਦਾ ਭੱਠੇ ਦੇ ਕੋਲ ਲੈ ਗਿਆ, ਨਾਲ ਫੌਜਾਂ ਨੇ, ਘੋੜੇ ਤੇ ਸੁਲਹੀ ਚੜ੍ਹਿਆ ਹੈ, ਕਟਾਰ ਹੱਥ ਵਿੱਚ ਫੜੀ ਹੋਈ ਹੈ। ਭੱਠੇ ਤੇ ਘੋੜਾ ਚੜ੍ਹ ਗਿਆ, ਆਵੇ ਤੇ ਘੋੜਾ ਚੜ੍ਹ ਗਿਆ, ਜਿਹੜਾ ਘੇਰੇ ਘੇਰੇ ਭੱਠੇ ਦੇ ਆਵਾ ਹੁੰਦਾ ਨਾ ਇੱਟਾਂ ਪਕਾਉਣ ਵਾਲਾ, ਘੋੜਾ ਚੜ੍ਹ ਗਿਆ ਹੈ। ਉਧਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਖ ਕਹਿ ਰਹੇ ਨੇ ਹੁਣ ਹੋਵੇਗਾ ਕੀ? ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਗਾਂ ਤੇ ਸੁਸ਼ੋਭਿਤ ਹੈ ਉਹ ਸ਼ਬਦ। ਗੁਰੂ ਅਰਜਨ ਸਾਹਿਬ ਆਖਣ ਲੱਗੇ ਸੁਲਹੀ ਤੇ ਨਾਰਾਇਣ
राख। सुलही का हाथ कहीं ना पहुंचे, सुलही हुए मुआ ना पाक। काड़ कुठार खसम सिर काटिया, खिन में हुए गया है खाक। मुंदा चितवत चितवत पचिया, जिन रचिया तिन दीना धाक। पुत्र मीत तन किशु न रह्यो, छोड़ गया सब भाई साक। कहो नानक तिस प्रभ बलिहारे, जिन जन का कीनो पूरन वाक। हजे आ अल्फाज मूँह विच सी, सुलही ते नारायण राख। नारायण अकाल पुरख फैलिया होया ब्रह्म, वो रखिया करेगा। इउं समझ लो भी गुरु अर्जन साहब का निर्गुण स्वरूप। गुर अर्जन परतख हर, गुरु अर्जन साहब परमात्मा का सरगुण स्वरूप ने। कहते साडा निर्गुण स्वरूप रखिया करेगा। अच्छा जी, वो की करेगा? कहते सुलही होए मुआ ना पाक, ना पाक होके सुली खान मरेगा। कहते जेड़ी कटार साडे गिरेबान ते चलाउण लई उतावला है ना, सुली, सुलही का हाथ कहीं ना पहुंचे, साडे गिरेबान तक सुली का हाथ नहीं पहुंच सकेगा, इत्थे तक हाथ नहीं पहुंच सकेगा। सुलही होए मुआ ना पाक, काड़ कुठार खसम सिर काटिया। जेड़ी कटार नाल साडा सिर कट्टण आ रहा है, साडा खसम एडा बलवान है भी उस सुलही दी कटार नाल ओदा ही सिर वढ़ के सुट दवेगा। ये बोल हो गए। ये ना समझियो कई तर्क कर देंदे भी लै जे गुरु अर्जन रब सी ते तत्ती तवी ते किदां सड़ गया। ਉਹਦੇ ਬੋਲਾਂ ਵਿੱਚ ਇੰਨੀ ਤਾਕਤ ਹੈ, ਇੱਕ ਬੋਲ ਦੇ ਨਾਲ ਸੁਲਹੀ ਵਰਗੇ ਮਿੱਟੀ 'ਚ ਮਿਲਾ ਸਕਦਾ ਹੈ। ਉਹ ਤੱਤੀ ਤਵੀ ਤੇ ਬਹਿ ਕੇ ਤੇ ਉਸਨੇ ਇਹ ਦਰਸਾਇਆ ਸੀ, ਦੁਨੀਆ ਦੇ ਉੱਤੇ ਬੜੇ ਫਕੀਰ ਹੋਏ ਨੇ ਪਰ ਕੋਈ ਏਡਾ ਠੰਡਾ ਨਹੀਂ ਜਿਹਨੂੰ ਤੱਤੀ ਤਵੀ ਵੀ ਤੱਤਿਆ ਨਾ ਕਰ ਸਕੀ ਹੋਵੇ। ਗੁਰੂ ਅਰਜਨ ਵਰਗਾ ਠੰਡਾ ਕੋਈ ਨਹੀਂ ਹੋਇਆ, ਜਿਹੜਾ ਇੱਕ ਬਚਨ ਦੇ ਨਾਲ ਸੁਲਹੀ ਦਾ ਮਲੀਆ ਮੇਟ ਕਰ ਸਕਦਾ ਹੈ। ਉਹਦੇ ਲਈ ਇਹ ਤੱਤੀ ਤਵੀ ਨੂੰ ਬੁਝਾ ਲੈਣਾ। ਟਗੇ ਟਗੇ ਤੇ ਗਲੀਆਂ ਮੁਹੱਲਿਆਂ ਤੇ ਜਾਦੂਗਰ ਟਿਕਟਾਂ ਵੇਚਦੇ ਨੇ, ਉਹ ਤੁਸੀਂ ਵੇਖੋਗੇ ਉਹ ਮੂੰਹ ਚੋਂ ਅੱਗ ਕੱਢਣਗੇ, ਕਿਤੇ ਅੱਗ ਠੰਡੀ ਕਰ ਦੇਣਗੇ। ਇਹਦੇ ਮਾਮੂਲੀ ਗੱਲਾਂ ਨੇ। ਗੁਰੂ ਅਰਜਨ ਸਾਹਿਬ ਦੀ ਬਰਕਤ ਹਰਨ ਭਰਨ ਜਾਂ ਕਾ ਨੇਤਰ ਫੋਰ, ਚਾਹਵੇ ਤੇ ਬਚਨ ਨਾਲ ਦੁਨੀਆ ਗਰਕ ਕਰ ਦਵੇ, ਚਾਹਵੇ ਤੇ ਦੁਨੀਆ ਨੂੰ ਹਰਿਆਂ ਭਰਿਆਂ ਕਰ ਦਵੇ। ਕਿਸੇ ਨੇ ਤਰਕ ਕੀਤਾ ਸੀ, ਕਹਿੰਦੇ ਅੱਛਾ ਜਦੋਂ ਪ੍ਰਹਿਲਾਦ ਨੂੰ ਸਜ਼ਾ ਦੇਣ ਲੱਗਾ ਨਾ ਹਰਨਾਕਸ਼, ਤੇ ਤੱਤੇ ਲੋਹੇ ਦੇ ਤਪਦੇ ਥੰਮ ਦੇ ਉੱਤੇ ਉਹਨੂੰ ਪਾਉਣ ਲੱਗੇ ਨੇ। ਉਹਨੂੰ ਕਹਿੰਦੇ ਇਹਦੇ ਨਾਲ ਜੱਫੀ ਪਾ, ਬੱਚਾ ਹੈ, ਤਪਦਾ ਥੰਮ ਨਜ਼ਰੀ ਆ ਰਿਹਾ ਹੈ। ਐਸੀ ਖੇਡ ਖੇਡੀ परमात्मा ने भी उस तत्ते थम ते एक कीड़ी चलती है, वो चलती हुई कीड़ी वाल तकिया उस प्रहलाद ने, उस बालक ने, ते दौड़ के थम नूं जफ्फी पा लई भी जे तत्ती ये जिहड़ी तत्ती तबश है इस थम दी कीड़ी नूं नहीं साड़ सकती ते मेरा की बिगाड़ेगी। एक ख्याल पैदा हो गया भी ये ठंडा कर दिता होवेगा मेरे परमात्मा ने, जफ्फी पा लई। ਹੁਣ ਤਰਕਵਾਦੀ ਕਹਿੰਦਾ ਹੈ ਵੀ ਜੇ ਥੰਮ ਠੰਡਾ ਨਾ ਹੋਇਆ ਹੁੰਦਾ ਤੇ ਫਿਰ ਵੇਖਦੇ ਵੀ ਕਿਹੜਾ ਭਗਤ ਸੀ ਜਿਹੜਾ ਜੱਫੀ ਪਾ ਲੈਂਦਾ। ਇਹ ਤੇ ਠੰਡਾ ਹੋ ਗਿਆ ਸੀ ਥੰਮ, ਫੇਰ ਹੀ ਜੱਫੀ ਪਾਈ ਹੈ। ਤਰਕਵਾਦੀ ਬੁੱਧੀ ਹੈ ਨਾ, ਕਹਿ ਹੀ ਦੇਣਾ। ਤੇ ਗੁਰੂ ਅਰਜਨ ਸਾਹਿਬ ਨੇ ਇਹ ਦਰਸਾਇਆ ਸੀ ਜਿਹੜੇ ਰੱਬ ਦੇ ਪਿਆਰੇ ਨੇ, ਜੇ ਥੰਮ ਠੰਡਾ ਨਾ ਵੀ ਹੁੰਦਾ ਤੇ ਉਹਨੂੰ ਜੱਫੀ ਪਾ ਲੈਂਦੇ ਨੇ। ਇਹਨਾਂ ਨੂੰ ਤੱਤੀ ਤਵੀ ਨਹੀਂ ਡਰਾ ਸਕਦੀ, ਇਹਨਾਂ ਨੂੰ ਅੱਗ ਨਹੀਂ ਡਰਾ ਸਕਦੀ। ਐਵੇਂ ਸ਼ਹੀਦਾਂ ਦੇ ਸਰਤਾਜ ਥੋੜਾ ਨੇ, ਉਹਨਾਂ ਦਿਖਾ ਦਿੱਤਾ ਹੈ। ਠੀਕ ਹੈ, ਭਗਤਾਂ ਦੇ ਕਹੇ ਤੇ ਥੰਮ ਠੰਡੇ ਹੋ ਗਏ, ਉਹਨਾਂ ਜੱਫੀਆਂ ਪਾ ਲਈਆਂ। ਇੱਥੇ ਐਸੀ ਹਸਤੀ ਵੀ ਮੌਜੂਦ ਹੈ ਜਿਹਨੂੰ ਥੰਮ ਠੰਡਾ ਕਰਵਾਉਣ ਦੀ ਵੀ ਲੋੜ ਨਹੀਂ ਹੈ, ਤੱਤੀ ਤਵੀ ਠੰਡੀ ਕਰਵਾਉਣ ਦੀ ਵੀ ਲੋੜ ਨਹੀਂ ਹੈ। ਜਿਹੜਾ ਆਪ ਖੁਦਾ ਦਾ ਅਵਤਾਰ ਹੈ ਉਹਨੂੰ ਤੱਤੀ ਤਵੀ ਡਰਾ ਨਹੀਂ ਸਕਦੀ। ਵੇਖੋ ਉਹਦੇ ਵਚਨ 'ਚ ਤਾਕਤ।
ਕਹਿੰਦੇ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨਮੈ ਹੋਏ ਗਿਆ ਹੈ ਖਾਕ। ਆ ਬੋਲ ਨਿਕਲੇ ਮੂੰਹੋਂ। ਕਹਿੰਦੇ ਜਿਹੜੀ ਕਟਾਰ ਨਾਲ ਮੇਰਾ ਗਿਰੇਬਾਨ ਵੱਢਣ ਆ ਰਿਹਾ ਹੈ, ਉਸੇ ਕਟਾਰ ਦੇ ਨਾਲ ਮੇਰਾ ਖਸਮ ਅਕਾਲ ਪੁਰਖ ਸੂਲੀ ਦਾ ਸਿਰ ਲਾਵੇਗਾ। ਖਿਨਮੈ ਹੋਏ ਗਿਆ ਹੈ ਖਾਕ, ਖਾਕ ਚ ਮਿਲ ਜਾਵੇਗਾ ਸੂਲੀ। ਹੋਇਆ ਕੀ ਹੈ, ਜਦੋਂ ਆਵੇ ਤੇ ਚੜਿਆ ਨਾ ਘੋੜਾ ਲੈ ਕੇ ਸੂਲੀ, ਤੇ ਆਵਾ ਜਿਹੜਾ ਹੈ ਉਹਦੀ ਛੱਤ ਕੱਚੀ ਹੈ। ਹੁਣ ਬੰਦੇ ਦਾ ਭਾਰ ਤੇ ਆਵਾ ਸਹਾਰ ਲੈਂਦਾ, ਘੋੜੇ ਸਣੇ ਹੰਕਾਰੀ ਬੰਦਾ ਆਵੇ ਤੇ ਚੜਿਆ, ਤੇ ਆਵੇ ਦੇ ਵਿੱਚ ਪੱਠੇ ਦੇ ਵਿੱਚ ਕੋਲੇ ਦੇ ਨਾਲ ਇੱਟਾਂ ਪੱਕ ਰਹੀਆਂ ਨੇ, ਅੱਗ ਬਲਦੀ ਪਈ ਹੈ। ਤੁਸੀਂ ਭੱਠੇ ਦੇ ਨੇੜੇ ਵੀ ਜਾਓ ਤੇ ਨਹੀਂ ਹੋਇਆ ਜਾਂਦਾ, ਇੰਨੀ ਤਪਸ਼ ਹੁੰਦੀ ਹੈ। ਹਜ਼ਾਰਾਂ ਇੱਟਾਂ, ਕਈ ਹਜ਼ਾਰ ਇੱਟਾਂ ਜਿਹੜੀਆਂ ਪਕਾ ਦਿੰਦਾ ਹੈ। ਉਸ ਭੱਠੇ ਤੇ ਚੜ ਗਿਆ, ਆਵੇ ਤੇ ਚੜ ਗਿਆ, ਤੇ ਘੋੜੇ ਦਾ ਭਾਰ ਆਵਾ ਨਾ ਝੱਲ ਸਕਿਆ। ਘੋੜੇ ਦੇ ਪੌੜਾਂ ਨਾਲ ਆਵੇ ਦੀ ਛੱਤ ਢਹਿ ਗਈ, ਤੇ ਘੋੜੇ ਸਣੇ ਹੀ ਸੁਲਹੀ ਜਿਹੜਾ ਸੀ ਉਹ ਆਵੇ ਵਿੱਚ ਡਿੱਗਾ, ਤੇ ਹੱਥ ਵਿੱਚ ਜਿਹੜੀ ਕਟਾਰ ਸੀ ਉਹ ਆਪਣੇ ਗਲੇ ਤੇ ਫਿਰ ਗਈ। ਜਦੋਂ ਘੋੜਾ ਉੱਤੇ ਡਿੱਗਾ, ਕਟਾਰ ਗਲੇ ਤੇ ਆ ਗਈ, ਤੇ ਘੋੜੇ ਦੇ ਭਾਰ ਨਾਲ ਕਟਾਰ ਐਸੀ ਖੁਬੀ ਧੌਣ ਲੱਥ ਕੇ ਇੱਕ ਬੰਨੇ ਹੋ ਗਈ, ਉਸ ਅੱਗ ਦੇ ਵਿੱਚ ਸੜ ਗਿਆ। ਹੁਣ ਲਫ਼ਜ਼ ਵਰਤਿਆ ਹੈ ਸੁਲਹੀ ਹੋਏ ਮੂਆ ਨਾਪਾਕ। ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨਮੈ ਹੋਏ ਗਿਆ ਹੈ ਖਾਕ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾਪਾਕ। ਇਸਲਾਮ ਜਗਤ ਦੀ ਇੱਕ ਮਨੌਤ ਹੈ। ਮੁਸਲਮਾਨ ਵੀਰ ਕਹਿੰਦੇ ਨੇ ਵੀ ਜਿਹੜਾ ਅੱਗ ਵਿੱਚ ਸੜ ਕੇ ਮਰਦਾ ਹੈ ਉਹ ਨਾਪਾਕ ਹੁੰਦਾ ਹੈ। ਇਸੇ ਕਰਕੇ ਉਹ ਕਬਰ ਵਿੱਚ ਦੱਬਦੇ ਨੇ। ਉਹਨਾਂ ਦੀ ਸੋਚ ਹੈ ਇਹ, ਕਿਆਮਤ ਦਾ ਦਿਨ ਆਵੇਗਾ, ਕਬਰਾਂ ਚੋਂ ਇਹ ਲੋਕ ਉੱਠਣਗੇ, ਉਹਨਾਂ ਦੀ ਸੋਚ ਇਹ ਹੈ। ਕ੍ਰਿਸਚਨ ਵੀ ਇੱਦਾਂ ਹੀ ਸੋਚਦੇ ਨੇ, ਸੰਸਕਾਰ ਨਹੀਂ ਕਰਦੇ। ਸੰਸਕਾਰ ਸਿੱਖ ਕਰਦੇ ਨੇ, ਸਨਾਤਨ ਹਿੰਦੂ ਵੀਰ ਕਰਦੇ ਨੇ। ਹੁਣ ਮੁਸਲਮਾਨ ਜਗਤ ਕਹਿੰਦਾ ਅੱਗ ਵਿੱਚ ਸੜੇਗਾ ਤੇ ਨਾਪਾਕ ਹੈ, ਅਪਵਿੱਤਰ ਹੈ, ਦੋਜ਼ਖ ਨੂੰ ਜਾਵੇਗਾ। ਤੇ ਗੁਰੂ ਸਾਹਿਬ ਕਹਿੰਦੇ ਫਿਰ ਨਾਪਾਕ ਹੋ ਕੇ ਮਰਿਆ ਜੇ ਉਹਨਾਂ ਦੇ ਅਨੁਸਾਰ ਅੱਗ 'ਚ ਸੜਨਾ ਨਾਪਾਕ ਹੈ, ਤੇ ਸੁਲਹੀ ਨੂੰ ਫਿਰ ਭੈੜੀ ਮੌਤ ਆਈ ਹੈ, ਜਿਹੜਾ ਪ੍ਰਮਾਤਮਾ ਦੇ ਪਿਆਰਿਆਂ ਨੂੰ ਮਾਰਨ ਤੁਰਿਆ ਸੀ। ਕਹਿੰਦੇ ਸੀ ਸਿੱਖ ਮਹਾਰਾਜ ਉਹਦੇ ਨਾਲ ਫੌਜਾਂ ਬੜੀਆਂ ਨੇ, ਕੀ ਕਰਾਂਗੇ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾਪਾਕ। ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨਮੈ ਹੋਏ ਗਿਆ ਹੈ ਖਾਕ। ਮੁੰਦਾ ਚਿਤਵਤ, ਮਾੜਾ ਸੋਚਦਾ ਸੀ ਗੁਰੂ ਘਰ ਬਾਰੇ। ਮੁੰਦਾ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ। ਜਿਸ ਖੁਦਾ ਨੇ ਪੈਦਾ ਕੀਤਾ ਸੀ ਉਹਨੇ ਹੀ ਅੱਗ ਦੇ ਭੱਠੇ ਵਿੱਚ ਧੱਕ ਦਿੱਤਾ, ਮੌਤ ਦੇ ਮੂੰਹ ਵਿੱਚ ਧੱਕ ਦਿੱਤਾ। ਜਿਹੜੇ ਸੀ ਨਾ ਸਿਪਾਹੀ ਸੱਜਣ ਮਿੱਤਰ, ਪੁੱਤਰ ਮੀਤ ਧਨ ਕਿਛੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ। ਸਿੱਖਾਂ ਨੇ ਸੁਨੇਹਾ ਦੇ ਦਿੱਤਾ, ਮਹਾਰਾਜ ਸੜ ਕੇ ਮਰ ਗਿਆ ਸੁਲੀ, ਤੁਹਾਡੇ ਬਚਨ ਪੂਰੇ ਹੋ ਗਏ। ਤੇ ਦੋਵੇਂ ਹੱਥ ਜੋੜ ਕੇ ਆਪਣੇ ਨਿਰਗੁਣ ਸਰੂਪ ਵੱਲ ਨੂੰ, ਗੁਰੂ ਨਾਨਕ ਦੇਵ ਵੱਲ ਨੂੰ ਸਹਿ ਸੁਭਾ ਮੂੰਹੋਂ ਬੋਲ ਨਿਕਲਿਆ, ਕਹੋ ਨਾਨਕ ਤਿਸ ਪ੍ਰਭ ਬਲਿਹਾਰੇ ਜਿਨ ਜਨ ਕਾ ਕੀਨੋ ਪੂਰਨ ਵਾਕ। ਕਈ ਆਖ ਦਿੰਦੇ ਜੀ ਇਹ ਸ਼ਬਦ ਸੁਲਹੀ ਦੇ ਮਰਨ ਤੋਂ ਪਹਿਲਾਂ ਨਹੀਂ ਉਚਾਰਿਆ, ਇਹ ਬਾਅਦ ਚ ਉਚਾਰਿਆ ਹੈ। ਕਰਾਮਾਤ ਨਹੀਂ ਹੁੰਦੀ ਗੁਰੂ ਵਿੱਚ, ਪਰ ਧਿਆਨ ਦਿਓ, ਜੇ ਸੁਲਹੀ ਦੇ ਮਰਨ ਤੋਂ ਬਾਅਦ ਉਚਾਰਿਆ, ਸੁਲਹੀ ਮਰ ਗਿਆ ਸੀ, ਤੇ ਫਿਰ ਇਹ ਤਰਲਾ ਕਿਉਂ ਹੈ ਸੁਲਹੀ ਤੇ ਨਾਰਾਇਣ ਰਾਖ। ਜੇ ਸੁਲਹੀ ਮਰ ਹੀ ਗਿਆ ਤੇ ਫਿਰ ਕਿਹੜੇ ਰੱਬ ਨੂੰ ਕਹਿਣਾ ਵੀ ਸਾਨੂੰ ਬਚਾ ਲਾ ਨਾਰਾਇਣ। ਸੁਲਹੀ ਗੁਰੂ ਅਰਜਨ ਸਾਹਿਬ ਦੇ ਬਚਨ ਨਾਲ ਮਿੱਟੀ 'ਚ ਮਿਲ ਗਿਆ ਹੈ, ਸੜ ਗਿਆ ਹੈ, ਸਵਾਹ ਹੋ ਗਿਆ ਹੈ। ਸ਼ੁਕਰਾਨੇ ਵਜੋਂ ਵੀ ਸਾਡੇ ਬੋਲ ਪੂਰੇ ਕੀਤੇ ਨੇ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਕਹੋ ਨਾਨਕ ਤਿਸ ਪ੍ਰਭ ਬਲਿਹਾਰੇ ਜਨ ਜਨ ਕਾ ਕੀਨੋ ਪੂਰਨ ਵਾਕ। ਬਲਿਹਾਰੇ ਜਾਵਾਂ ਜਿਹਨੇ ਆਪਣੇ ਪਿਆਰਿਆਂ ਦਾ ਵਾਕ ਪੂਰਾ ਕਰ ਦਿੱਤਾ, ਨਾਪਾਕ ਹੋ ਕੇ ਸੁਲੀ ਨੂੰ ਮਾਰਿਆ ਹੈ। ਇਹਨੂੰ ਕਹਿੰਦੇ ਨੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ
कढ़ाए, उहदी वाणी सत है, उहदे बोल सत ने, उहदे बचन सच ने। ते जेड़ा फिर उहदे बोलां ते चलेगा बाणी गुरु, गुरु है बाणी विच बाणी अमृत सारे, गुरबाणी कहे सेवक जन माने प्रतख गुरु। निस्तारे जेड़ा उहदे बोलां ते उहदे हुक्म विच गुरबाणी अनुसार चलेगा, प्रतख ही उसनूं भव सागर तो बाणी तार दिंदी है, दुखां कलेशां तो बचा लैंदी है, जिवें गुरु के प्यारिआं नूं सुलही पासों बचाउणा कीता है। ये वो बाणी है, ये वो बाणी है जिहड़ी गुरु ग्रंथ साहिब दे विच दर्ज है। ऐसी महान बाणी, इनू सदा सच स्वरूप समझना है, इहदा सत्कार किवें करना है। गुरु गोबिंद सिंह महाराज ने एक बचन किया है, वो कहंदे सब सिखन को हुक्म है, गुरु मान्यो ग्रंथ। किताब समझ के नहीं निरा मनना, गुरु मान लिया, इस ग्रंथ नूं किद्दां मनना है। गुरु ग्रंथ जी मान्यो प्रगट गुरां की देह। जिद्दां कहंदे सानू दसां पातशाहियां नूं हाजर नाजर प्रगट स्वरूप समझिया है, इदां मनना है। इसे करके चौर करते हैं असीं भी साडा गुरु हाजर नाजर है, तख्त दा मालिक है। इसे करके समुंदर पोशाके दईदे ने, जिवें बड़े बड़े काबल दियां संगतां मखमली पोशाके गुरु हरगोबिंद साहिब लई लिआउंदियां सन। कई आखणगे लै रमाले ही चढ़ाई जांदे ही है, ये चौर ही करी जांदे ने, ये एक किताब दे उत्ते चौर करदे ने, रमाले चढ़ाउंदे ने। उहनूं समझ नहीं है, मामूली किताब नहीं, पोथी परमेसर का इत्थे खुद खुदा बैठा होया है। जदों भी गुरु ग्रंथ साहिब कोल आउणा है, उहनूं हाजर नाजर समझना है भी ओह दसां पातशाहियां दे रूप विच बैठे ने उत्थे। ते जिहड़ा केवल किताब समझ लैंदा है, उहदे पल्ले कख नहीं पैंदा। ते जिहड़ा हाजरा हजूर समझदा है, झोलियां उहदियां भरदा है। गुरबाणी कहे सेवक जन मानै, साडा काम सेवकां दा वो है जो बाणी कवे मन लो। ते बाणी ने की कहा, वाहो वाहो बाणी ये निरंकार है, ते निरंकार दा फिर अदब ते करना पवेगा। खैर, गुरु अर्जन साहिब ने हुण बाणी इकट्ठी करनी है। बाबा मोहन जी कोलों मोहन तेरे उच्चे मंदिर महल अपारा, ये शब्द गोइंदवाल साहब उचारिया है। ये दो पक्ष निकलते हैं। पहला पक्ष तो यह है भी जिहड़ा मोहन है ना परमात्मा, वो संतां दे हिरदे च वसदा है। संत उहदे कोल शुभ गुणां वाले शोभदे ने। मोहन तेरे उच्चे मंदिर महल अपारा, उच्चियां महलों का मालक है। आ एडा वड्डा गुरुद्वारा क्यों बनाया तुसीं? कई आखणगे सिखां नूं काम ही कोई नहीं, एवें पत्थर थप्पी जांदे गुरुद्वारियां ते जे गुरु घर दा कोई सेवादार बोले ना भी संगतां नूं इन्नी माया चाहिदी है, आपां पत्थर लाउणा है गुरु घर, ते नास्तिक बिरती वाला कह दिंदा भी हद हो गई, पत्थर ही लाई जाने। शब्द दी विचार करो, विचार करनी ठीक है, पर बाणी तू ध्यान नाल पढ़ी नहीं। उत्थे आउंदा है मोहन तेरे ऊंचे मंदिर महल अपारा, अत ऊंचा ताका दरबारा। अच्छा, काके ने अड होना होवे ना, ते माँ प्यो की इच्छा होंदी भी कोठी चंगी पा के दईए। दो तीन न्याणे ने अड्डो अड्ड कोठियां पाउणियां, ते टाइलो इटालीयन लभदे फिरनगे भी पत्थर जिहड़ा लाउणा 700-800 नूं फुट होवे, ते 15 रुपये फुट वाले ना किहड़ी धरती थले धस चली सी, वो भी तो ला ही सकदा सी। जिथे मामूली जे चम दे लिफाफे ने रहना है, जिहड़ा सदा रहन वाला भी नहीं, जिन्हों पुछदा कोई नहीं है, उहदे लई दे 700 रुपये नूं फुट पत्थर चाहिदा है। ते जिथे कोऊ हर समान नहीं, राजा कुल कायनात दा मालक गुरु ग्रंथ साहिब सज्जना है, उत्थे आगू 15 रुपये फुट वाला ना ला लईए। ਇਹਦੇ महल ਇਹਦੇ ਮੰਦਰ ਇਹਦੇ ਗੁਰਧਾਮ ਉੱਚੇ ਉੱਚੇ ਤੇ ਸੁੰਦਰ ਤੋਂ ਸੁੰਦਰ ਤਾਂ ਬਣਾਉਂਦੀਆਂ ਸਿੱਖ ਸੰਗਤਾਂ ਕਿਉਂਕਿ ਇਹਦੇ ਵਰਗਾ ਕੋਈ ਉੱਚਾ ਖਸਮ ਹੈ ਹੀ ਨਹੀਂ ਹੈ ਦੁਨੀਆ ਤੇ। ਤੇ ਜੇ ਆਪਦੀ ਕੋਠੀ ਤੇ 2 ਕਰੋੜ ਲਾ ਸਕਦਾ ਤੇ ਇਹਦੀ ਤੇ 4 ਹੀ ਲਾਉਣਾ ਪੈਣਾ ਹੈ ਕਿਉਂਕਿ 2 ਵੀ ਤੇ ਇਹਦਾ ਹੀ ਦਿੱਤਾ ਹੈ। ਆਪ ਲੱਖ ਰੁਪਏ ਦਾ ਕੋਟ ਪਾਉਂਦਾ। ਤੁਸੀਂ ਤਾਂ ਦਿੱਲੀ ਵਾਲੇ ਜੇ ਬੜੇ ਬ੍ਰਾਂਡਾਂ ਦਾ ਤੁਹਾਨੂੰ ਪਤਾ ਹੋਵੇਗਾ।
ਲੱਖ ਰੁਪਈਏ ਦਾ ਕੋਟ, ਤੇ ਜੇ ਰੁਮਾਲੇ ਸਾਹਿਬ ਦੇ ਕਿਤੇ 5000 ਲੱਗ ਜਾਵੇ ਨਾ ਤੇ ਆਖਣਗੇ ਉੱਥੋਂ 500 ਵਾਲਾ ਵੀ ਮਿਲਦਾ ਸੀ। ਹਜੇ ਕਿ ਸਾਡੀ ਹਸਤੀ ਕੋਈ ਨਹੀਂ ਹੈ ਉਹਦੇ ਅੱਗੇ। ਠੀਕ ਹੈ, ਤੈਨੂੰ ਇਹਦਾ ਦਿੱਤਾ ਹੈ, ਤੂੰ ਪਾ ਹੰਡਾ, ਪਰ ਇਹਦੇ ਦਰ ਦੇ ਉੱਤੇ ਜਦੋਂ ਆਵੇਂ ਨਾ, ਇਹਦੇ ਦਰ ਦੇ ਉੱਤੇ ਜਿਵੇਂ ਸਾਡੇ ਮਾਤਾ ਪਿਤਾ ਨੇ ਸਭ ਕੁਝ ਉਹਨਾਂ ਦੇ ਕਰਕੇ ਸਾਡੀ ਝੋਲੀ ਪੈਂਦਾ ਹੈ, ਉਹਨਾਂ ਦਾ ਖਿਆਲ ਅਸੀਂ ਰੱਖਦੇ ਹਾਂ। ਇਸੇ ਤਰ੍ਹਾਂ ਸਾਡੇ ਗੁਰੂ ਪਾਤਸ਼ਾਹ ਸਿਰ ਦੇ ਸਾਈਂ ਨੇ, ਅਸੀਂ ਉਹਦੇ ਲਾਲ ਹਾਂ। ਜੋ ਕੁਝ ਵੀ ਸਾਡੇ ਕੋਲ ਹੈ ਉਹਦੇ ਦਰ ਤੇ ਅਸੀਂ ਦਸਵੰਧ ਲੈ ਕੇ ਆਉਨੇ ਆ। ਉਹ ਬਾਦਸ਼ਾਹ ਹੈ ਦੁਨੀਆ ਦਾ। ਤੇ ਬਾਦਸ਼ਾਹ ਜਿਹੜੇ ਰਾਜੇ ਹੁੰਦੇ, ਜਦੋਂ ਕੋਈ ਦਿਨ ਤਿਉਹਾਰ ਹੁੰਦਾ ਨਾ, ਦੀਵਾਲੀ ਹੋਈ, ਕੋਈ ਨਵਾਂ ਸਾਲ ਚੜ੍ਹਿਆ ਹੋਇਆ, ਤੇ ਲੀਡਰਾਂ ਨੂੰ ਲੋਕ ਗਿਫਟ ਦਿੰਦੇ ਨੇ ਜਾ ਜਾ ਕੇ, ਵੀ ਥੋੜੀ ਜੀ ਨਿਗਾਹ ਚੰਗੀ ਰੱਖੇਗਾ ਤੇ ਕੰਮ ਚੱਲਦਾ ਰਹੇਗਾ। ਇਹਦੇ ਤੋਂ ਲਹਿਦਾ ਕੋਈ ਚੰਗੀ ਨਿਗਾਹ ਰੱਖਣ ਵਾਲਾ ਨਹੀਂ ਹੈ। ਇਹਦੇ ਦਰ ਤੇ ਆਇਆ ਕਰ, ਇਹਦੇ ਦਰ ਤੇ ਆਇਆ ਕਰ, ਇਹਦੇ ਦਰ ਤੇ ਚੜਾਵਾ ਚੜਾਇਆ ਕਰ। ਆ ਜਿਹੜਾ ਗੋਲਕ ਚ ਪਾਉਂਦੇ ਜੇ, ਫਿਰ ਖੇਡ ਵੇਖੋ ਇਹਦੀ ਕੈਸੀ ਹੈ। ਦਸਵੰਧ ਲੈਂਦਾ ਹੈ ਤੇ ਲੰਗਰ ਲਾਈ ਫਿਰ ਆਪਣੇ ਬੱਚਿਆਂ ਨੂੰ ਹੀ ਛਕਾ ਦਿੰਦਾ ਹੈ, ਆਪਾਂ ਹੀ ਛਕ ਲੈਨੇ ਆ। ਖੈਰ, ਉੱਚੇ ਉੱਚੇ ਇਹਦੇ ਦਰਬਾਰ ਨੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਦੂਸਰਾ ਪੱਖ ਕੀ ਸੀ? ਹੁਣ ਬਾਬਾ ਬੁੱਢਾ ਤੇ ਭਾਈ ਗੁਰਦਾਸ ਗ੍ਰੰਥ ਲੈਣ ਆਏ, ਪੋਥੀਆਂ ਲੈਣ ਆਏ ਬਾਬਾ ਮੋਹਨ ਕੋਲ, ਉਹਨਾਂ ਦਿੱਤੀਆਂ ਨਾ। ਤੇ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਤੋਂ ਨੰਗੇ ਚਰਨਾਂ ਦੇ ਨਾਲ, ਜੁੱਤੀ ਨਹੀਂ ਪਹਿਨੀ, ਖੜਾ ਨਹੀਂ ਪਹਿਨੀ, ਬਾਣੀ ਦਾ ਅਦਬ ਸੀ, ਪੋਥੀਆਂ ਲੈ ਕੇ ਆਉਣੀਆਂ ਸਨ। ਚੱਲੇ, ਪਹੁੰਚੇ, ਸ਼ਬਦ ਉਚਾਰਿਆ ਤੇ ਆਖਿਆ, ਇਹ ਆ ਮੋਹਨ ਜੀ, ਜਿਹੜਾ ਉਹ ਅਸਲ ਮੋਹਨ ਹੈ, ਪਰਮਾਤਮਾ ਹੈ, ਉਹਦੇ ਦਰ ਤੇ ਸਾਧੂ ਸੰਤਾਂ ਦੀ ਸ਼ੋਭਾ ਬੜੀ ਹੈ। ਤੇ ਤੁਸੀਂ ਸਾਧੂਆਂ ਸੰਤਾਂ ਨੂੰ, ਬਾਬਾ ਬੁੱਢਾ ਜੀ ਉਹਨਾਂ ਨੂੰ ਖਾਲੀ ਹੱਥ ਮੋੜ ਦਿੱਤਾ, ਨਾ ਤੁਹਾਡਾ ਵੀ ਮੋਹਨ ਹੈ, ਏਦਾਂ ਨਾ ਕਰੋ। ਤੇ ਮੋਹਨ ਜੀ ਦੇ ਮਨ ਤੇ ਚੋਟ ਹੋਈ। ਤੇ ਜਦੋਂ ਮੋਹਨ ਜੀ ਦੇ ਮਨ ਤੇ ਚੋਟ ਹੋਈ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਵੱਡਿਆਂ ਦੀਆਂ ਜੋ ਬਾਣੀਆਂ ਸਨ, ਜੋ ਵੱਡੀਆਂ ਦੀ ਬਾਣੀ ਸੀ, ਪੋਥੀ ਵਿੱਚ ਦਰਜ ਸੀ, ਉਹ ਪੋਥੀਆਂ ਗੁਰੂ ਅਰਜਨ ਸਾਹਿਬ ਨੂੰ ਬਾਬਾ ਮੋਹਨ ਜੀ ਨੇ ਦੇ ਦਿੱਤੀਆਂ, ਥਮਾ ਦਿੱਤੀਆਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਪੋਥੀਆਂ ਲੈ ਲਈਆਂ ਤੇ ਪੋਥੀਆਂ ਲੈ ਕੇ ਚੱਲ ਪਏ ਨੇ। ਦੀਨ ਦੁਨੀਆ ਦੇ ਮਾਲਕ ਜਦੋਂ ਮੋਹਨ ਜੀ ਕੋਲ ਗਏ ਸਨ, ਕਹਿੰਦੇ ਬੜੇ ਉੱਚੀ ਅਵਸਥਾ ਦੇ ਮਾਲਕ ਸਨ ਬਾਬਾ ਮੋਹਨ ਜੀ। ਚੌਂਕੜਾ ਹੀ ਨਹੀਂ ਸਨ ਖੋਲਦੇ, ਚੌਂਕੜਾ ਲਾ ਕੇ ਬੈਠੇ ਰਹਿੰਦੇ ਸਨ। ਠੀਕ ਹੈ, ਜਿਹਨੂੰ ਰਸ ਆਉਂਦਾ ਹੈ ਉਹ ਲਾ ਸਕਦਾ ਹੈ ਚੌਂਕੜਾ। ਹੁਣ ਅਸੀਂ ਸਾਰੀ ਦਿਹਾੜੀ ਦੁਕਾਨ ਤੋਂ ਹੀ ਨਹੀਂ ਉੱਠਦੇ, ਸਾਨੂੰ ਗੱਲੇ ਚੋਂ ਰਸ ਆਉਂਦਾ। ਇੱਦਾਂ ਗੁਰਮੁਖ ਪਿਆਰੇ ਸਾਰੀ ਦਿਹਾੜੀ ਗੁਰੂ ਦੇ ਦਰ ਤੋਂ ਹੀ ਨਹੀਂ ਉੱਠਦੇ, ਉਹਨਾਂ ਨੂੰ ਨਾਮ ਚੋਂ ਰਸ ਆਉਂਦਾ। ਇਹ ਕਮਲੀ ਬੰਦੇ ਨੂੰ ਸ਼ਰਾਬ ਚੋਂ ਰਸ ਆਉਂਦਾ, ਜਿੰਨੀ ਮਰਜ਼ੀ ਪਿਆ ਲਓ, ਥੱਕਦਾ ਕਿਤੇ। ਸਾਧ ਨੂੰ ਨਾਮ ਚੋਂ ਰਸ ਆਉਂਦਾ, ਜਿੰਨਾ ਮਰਜ਼ੀ ਪੜ੍ਹਾ ਲਓ, ਥੱਕਦਾ ਕਿਤੇ। ਇਹ ਤੇ ਮਨ ਲੱਗੇ ਦੀਆਂ ਗੱਲਾਂ ਨੇ, ਜਿੱਥੇ ਲੱਗ ਗਿਆ ਉੱਥੇ ਸਮਾਂ ਮੁੱਕ ਜਾਂਦਾ ਹੈ। ਮੋਹਨ ਜੀ ਦੇ ਕੋਲ ਗਏ ਤੇ ਉਹ ਆਖੀ ਨਹੀਂ ਸਨ ਖੋਲਦੇ, ਚੌਂਕੜਾ ਐਸਾ ਲਾਇਆ ਸੀ। ਫਿਰ ਮਹਾਰਾਜ ਨੇ ਪੜ੍ਹਿਆ ਸੀ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮ ਸ਼ਾਲਾ। ਤੇਰੇ ਦਰ ਤੇ ਸਾਧੂਆਂ ਦੀ ਸ਼ੋਭਾ ਹੈ, ਪਰ ਸਾਡੇ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ ਤੁਸੀਂ ਮੋੜ ਦਿੱਤੇ, ਠੀਕ ਨਹੀਂ ਕੀਤਾ। ਉਹਨਾਂ ਦੇ ਮਨ ਤੇ ਅਸਰ ਹੋਇਆ, ਅੱਖ ਖੋਲੀ ਤੇ ਉਹ ਜਿਹੜੀਆਂ ਪੋਥੀਆਂ ਸੀ ਦੇ ਦਿੱਤੀਆਂ। ਪੋਥੀਆਂ ਲੈ ਕੇ ਪਾਤਸ਼ਾਹ ਚੱਲ ਪਏ ਨੇ, ਰਾਮਸਰ ਪਹੁੰਚੇ ਨੇ, ਰਾਮਦਾਸਪੁਰ ਪਹੁੰਚੇ ਨੇ, ਸ਼੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਪਹੁੰਚੇ ਨੇ। ਉੱਥੇ ਸਾਰਿਆਂ ਨੂੰ ਨੇਂਦੇ ਫਿਰ ਘੱਲੇ ਹੀ ਹੋਏ ਸਨ ਵੀ ਬਾਣੀ ਗੁਰੂ ਪਾਤਸ਼ਾਹ ਦੀ ਜਿਸ ਵੀ ਕਿਸੇ ਗੁਰਮੁਖ ਪਿਆਰੇ ਕੋਲ ਹੋਵੇ ਉਹ ਲੈ ਕੇ ਇੱਥੇ ਪਹੁੰਚੋ, ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰਨੀ ਹੈ। ਹੋਰਾਂ ਭਗਤਾਂ ਸੰਤਾਂ ਨੂੰ ਵੀ ਸੁਨੇਹੇ ਭੇਜੇ ਵੀ ਜਿਨ੍ਹਾਂ ਨੂੰ ਵੀ ਪਰਮਾਤਮਾ ਦੀ ਯਾਦ ਵਿੱਚ ਬਾਣੀ ਸਫੁਰ ਹੋਈ ਹੈ, ਤੁਸੀਂ ਧਿਆਨ ਦਿਓਗੇ ਨਾ, ਜਿੰਨੇ ਵੀ ਸਾਧੂਆਂ ਸੰਤਾਂ ਅੰਦਰੋਂ ਰੱਬ ਪ੍ਰਗਟ ਹੋਇਆ ਹੈ ਉਹ ਤੁਸੀਂ ਵੇਖੋਗੇ ਉਹ ਗਾ ਉੱਠੇ। ਕਬੀਰ ਜੀ ਸਕੂਲੇ ਨਹੀਂ ਗਏ ਕਦੀ,
क्योंकि ब्राह्मणा अनुसार वो शूद्र ने, तो शूद्र स्कूले जा नहीं सकता, ना मंदिर जा सकता, स्कूल नहीं गए कभी। पर जदों उन्हां दी बाणी पढ़ते जे, ऐसे महंगे महंगे अल्फाज ने जिन्हां दे अर्थ समझ नहीं लगते कई बार। वो जदों प्रगट हो गया ना अंदर, वो शब्दां राहीं फुटिया है बाहर। जिन्निया अंदर भी प्रगट होंदा, कहंदे गीत बन के फुट पैंदा है। हाँ, बड़िया अंदरों फुटिया है। पर जो गुरु अर्जन साहब ने कसवटी रखी सी, उहदे तों जेड़े बोल पास हो गए वो गुरबाणी बन गए, जेड़े बोल पास नहीं होए वो कई भगतां दे, कबीर जी वर्गे महापुरुषां दे गुरु ग्रंथ साहब तो बाहर भी तुहानूं मिल जांदे ने। ये ना बड़ा तर्क चलदा है। अदास जदों मंजी साहब हाजरी भर रहा सी 2 दिन पहला, उत्थे गुरमुख प्यारे ने, गुरु दे दर दे वजीर ने, वो दस रहे सन भी एक प्रचारक लगा सी आखण, लो जी इस बाणी की किहड़ी खासियत है, बाणी तो पहला भी हैगी सी अखे भी कबीर जी, फरीद जी, इन्हां दे बोल पहला भी हैगे सन। उन्होंने इन्नी समझ नहीं है। वाणी लफ्ज़ संस्कृत का लफ्ज़ है, जो गिरेबान चों निकलदा उहनूं वाणी कह दिंदे ने, आवाज़, बोल। बाणी तो बड़ी होवेगी दुनिया ते, पर गुरबाणी होर नहीं है। गुरबाणी तो केवल गुरां ने कसवटी ला के जिहड़ी पास कर दी उही बनी है। कबीर जी दे बड़े ग्रंथ ने, पासे बस्त हजूर तो चढ़त खजूर है, इदां दे बोल उन्हां दे बहुत मिल पैंदे ने, आसे पासे बहुत ने, पर असीं उहनूं गुरबाणी नहीं मानते। ठीक है, उन्हां दी बाणी है, उन्हां दे मिठे बोल ने, खुदा दी कीर्ति है, पर गुरबाणी वो है जिहड़ी इधर गुरु ग्रंथ साहिब पातशाह दे अंगां ते दर्ज है। हैरानी इस गल दी हुंदी है भी ये जिहड़ा प्रचारक श्रेणी है ना, वैसे तो आपां सारे ही गुरु दा दिता खाने हैं, पर प्रचारक ते खास कर खांदे ने, ते उसे गुरु ते ही असीं तर्क करन लग पैने भी की खासियत है इस बाणी दी। दीन दुनिया दे मालक ने खासियत दसी है, वाहो वाहो बाणी निरंकार है। हुण इहदे अलपग बुद्धि दे समझ विच नहीं पैंदी ते कोई की करे। चंदन ते सारियां नूं सुगंधी दिंदा है भी सारे चंदन बन जाण, जे कोई वांस वांगू आकड़िया रहे तो डुबदा डुब जावे। पर जेड़े चंदन दे इर्द गिर्द रुख रहे उन्हां दा मुल वध गया, चंदन हो गए तो वांस की कीमत उन्नी की रही जिन्नी पहला सी। आकड़ च ही बड़ा भी मैं सोहना लम्मा बड़ा है। खुशबोई चंदन सारियां नूं दिंदा है। गुरु ने तो दस दिता बाणी की है, तो जे मेरे वर्गा कोई वांस बनया रहे तो पल्ले कख नहीं जे रहिंदा, इहदा तो कुछ घटना नहीं है। तुसीं चार इत्थे इकट्ठे होए हो, इहदा कोई वध थोड़ी गया। कल नूं घट आवेगी संगत, इहदा कोई घट थोड़ी जाना। ना घाट है ना बाढ़ है, ना घाट बाढ़ हो तो है। हाँ, जेड़े आए ने उन्हां दा सौर जाना है, जेड़े रह गए ने उन्हां दा विगड़ जाना है। फर्क सानू पैना है, गुरु नूं कोई फर्क नहीं पैंदा। रब नूं की फर्क हुंदा दसो? जदों आपां बदावा दे गए सी लिख के, फिर किहड़ा गुरु गोबिंद सिंह नूं औरंगजेब ने खत्म कर लिया सी? ते जदों पातशाह दे पासे रह के जंग भी करते सी, उदों किहड़ा गुरु नूं कोई बहुता फायदा हो गया जां साडे छड्डिया नुकसान हो गया? गुरु ते कल्ला भी 10 लाख दे घेरे नूं तोड़ के निकली आउंदा है ना। एवें वहम जिहा पाली बैठे भी साडे सिर ते किते गुरद्वारा, ये नहीं हुंदा। हाँ, असीं गुरु दे सिर ते आ, वध तो वध गुरु दे दर ते आया करो, झोलियां भर दिंदा है। वध तो वध सेवा करया करो। ऐसे ऐसे सुंदर स्थान वो सारे ने, ते तुहाडीआं कमेटियां घरां ताईं रिक्शे भी भेजदियां ने, ते फिर संगतां दा हड़ ना आवे ते ये चंगे कर्मां दी निशानी नहीं हुंदी। गुरु दे दर ते ही ना आईए असीं, सब कुछ देण वाले दे दर ते ही ना आईए असीं, ये ठीक नहीं हुंदा। आ जाइए ते कर्मां दे लेख ऐसे उकार दिंदा है, सदा जीवन काल विच खेड़े ही खेड़े रह जाते हैं। खैर, ये महान बाणी नूं एकत्र किया गुरु अर्जन साहब ने। अज कलम कौन है चलाउण वाला? वो भाई गुरदास जी दे बोलां नूं बाणी दा रुतबा हासिल है। वो कलम कड़ के लै आउंदे ने। गुरु अर्जन साहब बादशाह दीन दुनिया दे मालक बाणी लिखवाउंदे ने। उत्थे बड़े भगत, उत्थे बड़े संत आए,
ਕਈਆਂ ਦਾ ਇਤਿਹਾਸ ਵਿੱਚ ਜ਼ਿਕਰ ਮਿਲ ਜਾਂਦਾ ਹੈ, ਕਈਆਂ ਦਾ ਨਹੀਂ ਵੀ ਮਿਲਦਾ। ਇਤਿਹਾਸਕਾਰਾਂ ਨੇ ਤੇ ਯਤਨ ਕੀਤਾ ਹੈ, ਕਵੀ ਸੰਤੋਖ ਸਿੰਘ ਵਰਗੇ ਮਹਾਂਪੁਰਸ਼ਾਂ ਨੇ, ਵੀ ਪਾਤਸ਼ਾਹ ਦਾ ਹਰ ਕਦਮ ਹੀ ਲਿਖ ਲਿਆ ਜਾਵੇ, ਪਰ ਪਾਤਸ਼ਾਹ ਦੇ ਕੌਤਕ ਐਸੇ ਨੇ, ਉਹਦਾ ਸਾਰਾ ਜੀਵਨ ਕੌਣ ਲਿਖ ਸਕਦਾ ਹੈ। ਤੇ ਜੇ ਰੱਬ ਦਾ ਜੀਵਨ ਇੱਕ ਕਲਮ ਨਾਲ ਸਾਰਾ ਲਿਖਿਆ ਜਾਵੇ, ਫਿਰ ਰੱਬ ਛੋਟਾ ਤੇ ਕਲਮ ਵੱਡੀ ਹੋ ਗਈ, ਕਵੀ ਵੱਡਾ ਹੋ ਗਿਆ। ਖੈਰ ਫਿਰ ਵੀ ਯਤਨ ਜੋ ਕਵੀ ਮਹਾਂਪੁਰਸ਼ਾਂ ਨੇ ਕੀਤਾ ਹੈ, ਜੇ ਨਾ ਕਰਦੇ ਤੇ ਸਾਡੇ ਕੋਲ ਸਾਖੀਆਂ ਹੀ ਕੋਈ ਨਹੀਂ ਸਨ ਰਹਿਣੀਆਂ। ਬਾਣੀ ਤਾਂ ਅਸੀਂ ਪੜ੍ਹ ਲਿਆ ਕਰਨੀ ਸੀ, ਪਰ ਜਿਨ੍ਹਾਂ ਨੇ ਬਾਣੀ ਦੁਨੀਆ ਤੇ ਲਿਆਂਦੀ, 10 ਪਾਤਸ਼ਾਹੀਆਂ ਦੇ ਜੀਵਨ ਬਾਰੇ ਪਤਾ ਹੀ ਕੁਝ ਨਹੀਂ ਸੀ ਲੱਗਣਾ, ਜੇ ਕਵੀ ਸੰਤੋਖ ਸਿੰਘ ਵਰਗਿਆਂ ਕਲਮ ਨਾ ਚੁੱਕੀ ਹੁੰਦੀ। ਤੇ ਗੁਰੂ ਪਾਤਸ਼ਾਹ ਨੇ ਇੱਕ ਗ੍ਰੰਥ ਰਚਨਾ ਸ਼ੁਰੂ ਕੀਤਾ ਹੈ। ਗ੍ਰੰਥ ਕੀ ਹੈ? ਗੁੰਥਨ ਕਰਨਾ, ਗੁੰਫਨ ਕਰਨਾ, ਇਕੱਤਰ ਕਰਨਾ। ਉਹ ਕਿਤਾਬ ਜਿਹਦੇ ਵਿੱਚ ਬੜੇ ਬੜੇ ਮਹਾਂਪੁਰਸ਼ਾਂ ਦੇ ਮਜਮੂਨ ਗੁੰਦੇ ਹੋਣ, ਇਕੱਠੇ ਕੀਤੇ ਹੋਣ। ਕਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ ਤੁਹਾਨੂੰ ਪਤਾ ਹੀ ਹੈ। ਖੈਰ ਉੱਥੇ ਬੈਠ ਗਏ ਗੁਰੂ ਅਰਜਨ ਸਾਹਿਬ, ਬੜੇ ਬੜੇ ਭਗਤ ਮਹਾਂਪੁਰਸ਼ ਆਏ। ਬਾਬਾ ਸੂਰਦਾਸ ਆਏ, ਪੀਲੂ ਜੀ ਆਏ, ਛੱਜੂ ਜੀ ਆਏ, ਭਗਤ ਕਾਨਾ ਆਇਆ, ਜਮਾਲ ਸੈਨ ਆਇਆ। ਬੜਿਆਂ ਭਗਤਾਂ ਦੇ ਨਾਮ ਆਉਂਦੇ ਨੇ। ਜੋ ਵੀ ਪਰਮਾਤਮਾ ਦੀ ਯਾਦ ਵਿੱਚ ਗਾਇਆ ਉਹ ਲੈ ਕੇ ਪਹੁੰਚੇ ਜੀ। ਲਓ ਜੀ ਇਹ ਸਾਡੇ ਬੋਲ ਲਿਖੋ। ਮੁਸਲਮਾਨ ਵੀ ਬੜੇ ਆਏ, ਸਨਾਤਨ ਹਿੰਦੂ ਮਤ ਦੇ ਵੀ ਬੜੇ ਆਏ, ਪਰ ਗੁਰੂ ਪਾਤਸ਼ਾਹ ਉਹ ਬੋਲ ਦਰਜ ਕਰਦੇ ਨੇ ਜਿਹੜੇ ਗੁਰਮਤਿ ਦੀ ਕਸਵੱਟੀ ਤੇ ਪੂਰੇ ਸਨ। ਇੱਕ ਤੇ ਬੋਲਾਂ ਵਿੱਚੋਂ ਹੰਕਾਰ ਦੀ ਬੂ ਨਹੀਂ ਆਉਣੀ ਚਾਹੀਦੀ, ਨਿਰੰਕਾਰ ਦੀ ਬੂ ਆਉਣੀ ਚਾਹੀਦੀ ਹੈ, ਮੈਂ ਦੀ ਰੱਟ ਨਹੀਂ ਚਾਹੀਦੀ। ਇੱਕ ਬੋਲਾਂ ਵਿੱਚ ਕੇਵਲ ਅਕਾਲ ਪੁਰਖ ਦੀ ਉਸਤਤੀ ਚਾਹੀਦੀ ਹੈ, ਆਪਣੀ ਨਹੀਂ। ਜਿੱਥੇ ਰੱਬ ਦੀ ਕੀਰਤੀ ਸੀ, ਜਿਹੜੇ ਬੋਲ ਗੁਰੂ ਅਰਜਨ ਸਾਹਿਬ ਨੂੰ ਭਾ ਗਏ ਉਹ ਦਰਜ ਕੀਤੇ ਗਏ। ਛੱਜੂ ਦੇ ਬੋਲ ਨਹੀਂ ਦਰਜ ਹੋਏ, ਤੇ ਜਿਨ੍ਹਾਂ ਦੇ ਬੋਲ ਦਰਜ ਨਾ ਹੋਏ, ਇਹਨਾਂ ਵੀ ਜਹਾਂਗੀਰ ਦੇ ਕੰਨ ਭਰੇ ਸੀ ਵੀ ਤੁਹਾਡੇ ਜੀ ਮੁਹੰਮਦ ਜੀ ਦੀ ਵਡਿਆਈ ਨਹੀਂ, ਇਸਲਾਮ ਦੀ ਵਡਿਆਈ ਨਹੀਂ। ਗੁਰੂ ਅਰਜਨ ਸਾਹਿਬ ਨੇ ਇੱਕ ਗ੍ਰੰਥ ਲਿਖਿਆ ਹੈ, ਉਹ ਹਿੰਦੂ ਮਤ ਦੇ ਵੀ ਖਿਲਾਫ ਹੈ, ਇਸਲਾਮ ਮਤ ਦੇ ਵੀ ਖਿਲਾਫ ਹੈ। ਇਹਨਾਂ ਲੋਕਾਂ ਵੀ ਬੜੇ ਕੰਨ ਭਰੇ ਸਨ ਗੁਰੂ ਅਰਜਨ ਸਾਹਿਬ ਦੇ। ਸ਼ਹੀਦੀ 'ਚ ਇਹਨਾਂ ਲੋਕਾਂ ਦਾ ਵੀ ਰੋਲ ਸੀ, ਜਿਹੜੇ ਅੱਜ ਅੰਮ੍ਰਿਤਸਰ ਤੋਂ ਮੋੜੇ ਜਾਣੇ ਨੇ। ਕਿਹਾ ਸੀ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੇ, ਤੁਸੀਂ ਇਸਲਾਮ ਦੀ ਵਡਿਆਈ ਲਿਖੋ। ਤੇ ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਕੀਤਾ ਸੀ ਵੀ ਮੈਂ ਕਿਸੇ ਵੀ ਧਰਮ ਦੀ ਵਡਿਆਈ ਨਹੀਂ ਲਿਖੀ, ਮੈਂ ਤੇ ਕੇਵਲ ਇੱਕ ਅਕਾਲ ਪੁਰਖ ਦੀ ਵਡਿਆਈ ਲਿਖੀ ਹੈ, ਤੇ ਉਹਦੇ ਤੋਂ ਲਹਿਦਾ ਦੂਸਰਾ ਕਿਸੇ ਦੀ ਲਿਖੀ ਨਹੀਂ ਜਾ ਸਕਦੀ। ਤੇ ਉਹਦੀ ਵਡਿਆਈ ਜੀ ਸਾਰਿਆਂ ਧਰਮਾਂ ਦੀ ਵਡਿਆਈ ਹੈ। ਹਾਂ ਇਹ ਜ਼ਰੂਰ ਹੈ, ਪਰ ਕਿਸੇ ਧਰਮ ਦੀ ਖਿਲਾਫਤ ਵੀ ਨਹੀਂ। ਇਸਲਾਮ ਦੇ ਖਿਲਾਫ ਕਿੱਥੇ ਲਿਖਿਆ ਹੈ? ਸਨਾਤਨ ਹਿੰਦੂ ਮਤ ਦੇ ਖਿਲਾਫ ਕਿੱਥੇ ਲਿਖਿਆ ਹੈ? ਗੁਰੂ ਗ੍ਰੰਥ ਸਾਹਿਬ ਦੀ ਤੇ ਐਸੀ ਸ਼ੋਭਾ ਹੈ, ਜੋ ਸਰਣ ਆਵੈ ਤਿਸ ਕੰਠ ਲਾਵੈ। ਸਾਰਿਆਂ ਦੇ ਨਾਲ ਹੀ ਪ੍ਰੇਮ ਕਰਦੀ ਹੈ ਪਾਤਸ਼ਾਹ ਦੀ ਬਾਣੀ। ਹਾਂ ਪਖੰਡ ਦਾ ਖੰਡਨ ਹੈ, ਭਾਵੇਂ ਪਖੰਡ ਸਿੱਖ ਧਰਮ ਵਿੱਚ ਵੜ ਜਾਵੇ, ਭਾਵੇਂ ਹਿੰਦੂ ਧਰਮ ਵਿੱਚ, ਭਾਵੇਂ ਇਸਲਾਮ ਵਿੱਚ ਵੜ ਜਾਵੇ, ਪਖੰਡ ਦਾ ਖੰਡਨ ਹੈ। ਸਮਕਾਲੀ ਭਗਤ ਆਏ, ਛੱਜੂ ਜੀ ਵਰਗੇ, ਸੂਰਦਾਸ ਜੀ ਵਰਗੇ ਆਏ। ਦਾਸ ਇੱਕ ਦੋ ਹੀ ਉਦਾਹਰਨਾਂ ਦੇਵੇਗਾ, ਫਿਰ ਸਮਾਪਤੀ ਕਰੇਗਾ। ਦੇਖੋ, ਅੱਛਾ ਭਗਤ ਸਾਹਮਣੇ ਆ ਕੇ ਬਹਿ ਗਏ ਤੇ ਗੁਰੂ ਸਾਹਿਬ ਨੂੰ ਆਖਣ ਲੱਗੇ, ਮਹਾਰਾਜ ਸਾਡੇ ਬੋਲ ਨੇ, ਹੁਕਮ ਹੋਵੇ ਤੇ ਸਾਹਮਣੇ ਰੱਖੀਏ। ਭਗਤ ਕਾਨਾ ਜੀ ਆਏ, ਕਾਨਾ ਐ ਸਾਹਮਣੇ ਹੋ ਗਿਆ। ਚਲੋ ਜੀ, ਫਿਰ ਗੱਜ ਵੱਜ ਕੇ ਕਹਿੰਦਾ, ਮੈਂ ਉਹੀ ਰੇ, ਮੈਂ ਉਹੀ ਰੇ। ਭਾਵਨਾ ਤੇ ਸੀ ਅਹੰ ਬ੍ਰਹਮ ਦੀ, ਵੀ ਮੈਂ ਬ੍ਰਹਮ ਸਰੂਪ ਆ। ਮਹਾਰਾਜ ਕਹਿੰਦੇ ਨਹੀਂ, ਠੀਕ ਨਹੀਂ ਹੈ। ਤੁਹਾਡੇ ਬੋਲ ਹੀ ਮੈਂ ਤੋਂ ਸ਼ੁਰੂ ਹੁੰਦੇ ਨੇ ਵੀ ਮੈਂ ਰੱਬ ਆ, ਮੈਂ ਬ੍ਰਹਮ ਆ। ਇੱਥੇ ਮੈਂ ਦੀ ਗੱਲ ਤੇ ਚੱਲਣੀ ਨਹੀਂ, ਇੱਥੇ ਤੂੰ ਵਿੱਚ ਲੀਨ ਹੋਣਾ ਹੈ। ਇੱਥੇ ਸੰਸਾਰ ਦੀ ਗੱਲ ਨਹੀਂ ਚੱਲੇਗੀ, ਨਿਰੰਕਾਰ ਦੀ ਗੱਲ ਚੱਲਣੀ ਹੈ। ਤੇ ਜਿੱਥੇ ਮੈਂ ਅਲਫਾਜ਼ ਆ ਰਿਹਾ ਹੈ, ਬਾਣੀ ਪੜ੍ਹ ਕੇ ਸਾਧਨਾ ਕਰਕੇ ਮੈਂ ਮਿਟਾਉਣੀ ਸੀ, ਤੂੰ ਵਿੱਚ ਭੇਦ ਹੋਣਾ ਸੀ। ਜੇ ਪਹਿਲਾਂ ਹੀ ਮੈਂ ਦੀ ਬਾਣੀ ਪੜ੍ਹੀ ਤੇ ਫਿਰ ਕੀ ਹੰਕਾਰ ਕਿੱਦਾਂ ਮੁੱਕੇਗਾ?
ਤੇ ਬਾਣੀ ਦਾ ਹੀ ਫਰਮਾਇਆ ਨਾ, ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ। ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਸਾਰਿਆਂ ਨੂੰ ਬਖਸ਼ ਦਿੰਦਾ, ਹੰਕਾਰੀ ਨੂੰ ਨਹੀਂ ਬਖਸ਼ਦਾ। ਉਹ ਸਾਰਿਆਂ ਨੂੰ ਬਖਸ਼ ਦਿੰਦਾ ਹੈ, ਹੱਥ ਜਿਹੜੇ ਜੋੜ ਦੇਣ ਉਹਦੇ ਦਰ ਤੇ, ਪਰ ਹੰਕਾਰੀ ਨੂੰ ਨਹੀਂ ਜੇ ਬਖਸ਼ਦਾ। ਉਹਨੂੰ ਚੰਗਾ ਹੀ ਨਹੀਂ ਲੱਗਦਾ ਹੰਕਾਰ, ਕਿਉਂਕਿ ਹੰਕਾਰੀ ਬੰਦਾ ਰੱਬ ਦਾ ਹੀ ਸ਼ਰੀਕ ਬਣ ਜਾਂਦਾ, ਆਪਣੇ ਆਪ ਨੂੰ ਰੱਬ ਦੇ ਸਮਾਨ ਹੀ ਸਮਝਣ ਲੱਗ ਪੈਂਦਾ। ਕਹਿੰਦੇ ਕਾन्हा ਜੀ ਤੁਹਾਡੇ ਬੋਲ ਨਹੀਂ ਜੇ ਪਸੰਦ ਸਾਨੂੰ, ਇਹ ਮੈਂ ਦੀ ਗੱਲ ਕਰਦੇ ਨੇ, ਤੇ ਇੱਥੇ ਮੈਂ ਮਾਰਨੀ ਹੈ, ਮੈਂ ਖਤਮ ਕਰਨੀ ਹੈ। ਤੇ ਕਾन्हे ਹੁਣਾਂ ਦੇ ਰੰਗ ਉੱਡ ਕੇ ਆਏ ਸੀ ਬੜੇ ਚਾਅ ਨਾਲ ਵੀ ਸਾਡੇ ਬੋਲ ਵੀ ਦਰਜ ਹੋਣਗੇ। ਮਹਾਰਾਜ ਕਹਿੰਦੇ ਵੀ ਲੰਗਰ ਪਾਣੀ ਛਕੋ ਤੇ ਘਰਾਂ ਨੂੰ ਜਾਓ। ਬਾਬਾ ਕਾन्हा ਜੀ ਤੁਹਾਡੇ ਬੋਲ ਦਰਜ ਨਹੀਂ ਹੋ ਸਕਦੇ, ਸੰਗਤ ਵਿੱਚ ਬੈਠੋ, ਪੰਗਤ ਵਿੱਚ ਬੈਠੋ, ਪਰ ਜਿਹੜੇ ਤੁਹਾਡੇ ਬੋਲ ਨੇ ਨਾ, ਇਹ ਬਾਣੀ ਦੀ ਕਸਵੱਟੀ ਤੇ ਖਰੇ ਨਹੀਂ ਉਤਰਦੇ, ਇਹ ਦਰਜ ਨਹੀਂ ਹੋ ਸਕਦੇ। ਉਹ ਜਿਹੜਾ ਕਾन्हा ਸੀ ਨਾ ਬਾਬਾ, ਖੈਰ ਉਹ ਚਲਿਆ ਗਿਆ। ਉਹਦੇ ਬਾਅਦ ਭਗਤ ਛੱਜੂ ਆ ਗਏ, ਤੇ ਭਗਤ ਛੱਜੂ ਜੀ ਜਿਹੜੇ ਨੇ ਨਾ, ਉਹ ਕਹਿੰਦੇ ਮਹਾਰਾਜ ਹੁਣ ਸਾਡੀ ਵਾਰੀ ਹੈ। ਮਹਾਰਾਜ ਕਹਿੰਦੇ ਵੀ ਚਲੋ ਤੁਸੀਂ ਦੱਸੋ ਕੀ ਦਰਜ ਕਰਾਉਣਾ ਹੈ ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਵਿੱਚ। ਹੁਣ ਸਿੱਖ ਜਗਤ ਅੰਦਰ ਇਸਤਰੀ ਦਾ ਸਤਿਕਾਰ ਹੈ, ਕਿਉਂਕਿ ਪ੍ਰਮਾਤਮਾ ਨੇ ਇੱਕ ਖੇਡ ਬਣਾਈ ਹੈ, ਦੁਨੀਆ ਦੀ ਰਚਨਾ ਦਾ ਸਾਧਨ ਹੀ ਇਸਤਰੀ ਤੋਂ ਹੈ। ਤੇ ਜੇ ਇਸਤਰੀ ਨਰਕਾਂ ਦਾ ਰਸਤਾ ਖੋਲਦੀ ਹੈ ਤੇ ਰੱਬ ਨੇ ਬਣਾਉਣੀ ਨਹੀਂ ਸੀ। ਸਨਾਤਨ ਮਤੀਏ ਪੁਰਾਣੇ ਜਿਹੜੇ ਸਾਧੂ ਹੁੰਦੇ ਸਨ, ਉਹ ਕਹਿੰਦੇ ਸੀ ਵੀ ਜਿਹੜੀ ਇਸਤਰੀ ਹੈ ਨਾ, ਇਹਦਾ ਸੰਗ ਕਰਨਾ ਨਰਕਾਂ ਨੂੰ ਲੈ ਜਾਂਦਾ ਹੈ। ਸਿੱਧੇ ਜਿਹੇ ਅਲਫਾਜ਼ ਵਰਤਾਂ, ਭਾਰਤ ਵਰਸ਼ ਵਿੱਚ ਇਸਤਰੀ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ ਹੈ। ਉਹ ਛੱਜੂ ਆਉਂਦਿਆਂ ਹੀ ਕਹਿੰਦਾ, ਕਾਗਦ ਸੰਧੀ ਪੁੱਤਰੀ ਤੋ ਵੀ ਤਰੀਆ ਨਾ ਨਿਹਾਰੋ, ਯਹੀ ਮਾਰ ਲੈ ਜਾਵਈ ਜਥਾ ਬਿਲੋਚਨ ਧਾਰ। ਛੱਜੂ ਕਹਿੰਦਾ ਵੀ ਇਸਤਰੀ ਵੱਲ ਤੱਕਿਆਂ ਨਰਕਾਂ ਦਾ ਰਾਹ ਖੁੱਲ ਜਾਂਦਾ ਹੈ, ਇਸਤਰੀ ਦਾ ਸੰਗ ਕੀਤਿਆਂ ਨਰਕਾਂ ਦੇ ਭਾਗੀ ਬਣ ਜਾਈਦਾ ਹੈ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਛੱਜੂ ਇੱਥੇ ਹੀ ਚੁੱਪ ਹੋ ਜਾ, ਤੂੰ ਵੀ ਤੇ ਇਸਤਰੀ ਦੇ ਰਾਹੀਂ ਦੁਨੀਆ ਤੇ ਆਇਆ ਕਿ ਕਿਸੇ ਹੋਰ ਰਸਤੇ ਆਇਆ? ਘਰ ਵਿੱਚ ਮਾਂ ਹੈ? ਕਹਿੰਦਾ ਜੀ ਹੈਗੀ ਹੈ। ਤੇ ਭੈਣ ਹੈ? ਕਹਿੰਦਾ ਜੀ ਹੈਗੀ ਹੈ। ਤੇ ਕਹਿੰਦੇ ਉਹਨਾਂ ਦੇ ਮੱਥੇ ਲੱਗਿਆ ਨਹੀਂ ਨਰਕਾਂ ਨੂੰ ਜਾਂਦਾ। ਜੇ ਇਸਤਰੀ ਨਰਕਾਂ ਦਾ ਦਵਾਰ ਖੋਲਦੀ ਹੈ, ਮੂਰਖਾ ਗੱਲ ਨੂੰ ਸਮਝ, ਸੰਸਾਰ ਦਾ ਦਵਾਰ ਵੀ ਤੇ ਇਸਤਰੀ ਨਹੀਂ ਖੋਲਿਆ, ਫੇਰ ਹੀ ਦੁਨੀਆ ਤੂੰ ਵੇਖੀ ਹੈ। ਦੁਨੀਆ ਵੇਖੀ, ਹੁਣ ਬੰਦਗੀ ਕਰ ਤੇ ਤੈਨੂੰ ਨਿਜ਼ਾਕਤ ਮਿਲੇ ਨਰਕਾਂ ਤੋਂ। ਤੂੰ ਪਰਮਾਤਮਾ ਵਿੱਚ ਭੇਜਤਾ, ਭਾਵੇਂ ਜੰਮਣ ਮਰਨ ਮੁੱਕ ਜਾਵੇ। ਜੇ ਜਨਮ ਹੀ ਨਾ ਹੁੰਦਾ ਤੇ ਫਿਰ ਮੁਕਤੀ ਕਾਹਦੀ ਹੈ? ਤੇਰੇ ਲਈ ਤੇ ਮੁਕਤੀ ਦਾ ਰਸਤਾ ਖੋਲ ਦਿੱਤਾ ਇਸਤਰੀ ਨੇ ਤੈਨੂੰ ਪੈਦਾ ਕਰਕੇ। ਸਾਡੇ ਧਰਮ ਦੇ ਵਿੱਚ ਤੇ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਮੰਦਾ ਨਹੀਂ ਕਹਿਣਾ। ਸਾਧੂਆਂ ਸਤਪੁਰਸ਼ਾਂ ਨੇ ਜਿਹੜੀਆਂ ਅਵਸਥਾ ਹਾਸਲ ਕੀਤੀਆਂ, ਜੇ ਪੈਦਾ ਹੋਏ ਨੇ ਤੇ ਅਵਸਥਾ ਮਿਲੀ ਹੈ, ਜੈ ਜੈਕਾਰ ਹੋਈ ਹੈ। ਦੀਨ ਦੁਨੀਆ ਦੇ ਮਾਲਕ ਛੱਜੂ ਨੂੰ ਮੋੜ ਦਿੰਦੇ ਨੇ। ਛੱਜੂ ਦੇ ਬੋਲ ਵੀ ਕਸਵੱਟੀ ਤੇ ਖਰੇ ਨਹੀਂ ਉਤਰੇ, ਬਾਬੇ ਕਾन्हे ਦੇ ਬੋਲ ਵੀ ਖਰੇ ਨਹੀਂ ਉਤਰੇ। ਉਹਦੇ ਬਾਅਦ ਜਮਾਲ ਸੈਨ ਵਰਗੇ ਵੀ ਬੋਲੇ ਨੇ, ਸਾਰੇ ਹੀ ਬੋਲੇ ਨੇ। ਇੱਕ ਉੱਠ ਪਿਆ, ਕਹਿੰਦਾ ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ। ਉਹ ਕਹਿੰਦਾ ਮੌਨ ਧਾਰਿਆਂ ਹੀ ਮੁਕਤੀ ਹੈ, ਚੁੱਪ ਕੀਤਿਆਂ ਹੀ ਮੁਕਤੀ ਹੈ। ਲੋਕ ਕਿਹੜਾ ਸੁਣਦੇ ਨੇ? ਕਹਿੰਦਾ ਬੋਲਣ ਦੀ ਕੀ ਲੋੜ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਬਸ ਚੁੱਪ ਹੀ ਹੋ ਜਾ ਤੂੰ, ਆ ਵੀ ਬੋਲਣ ਦੀ ਲੋੜ ਨਹੀਂ ਹੈ। ਛਕੋ ਲੰਗਰ ਦੇ ਘਰਾਂ ਨੂੰ ਜਾਓ, ਤੁਹਾਡੇ ਬੋਲ ਨਹੀਂ ਦਰਜ ਹੋ ਸਕਦੇ। ਜੇ ਮੌਨ ਹੀ ਰਹਿਣਾ ਹੈ ਤੇ ਰੱਬ ਨੇ ਇਸ ਵਜੂਦ ਨਾਲ ਜ਼ੁਬਾਨ ਹੀ ਨਹੀਂ ਸੀ ਲਾਉਣੀ। ਜੇ ਜ਼ੁਬਾਨ ਦਿੱਤੀ ਹੈ ਤੇ ਬੋਲਣ ਲਈ ਦਿੱਤੀ ਹੈ। ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ। ਜੇ ਚੁੱਪ ਹੀ ਰਹਿਣਾ ਹੈ, ਮੌਨ ਹੀ ਧਾਰਨੀ ਹੈ, ਫਿਰ ਜ਼ੁਬਾਨ ਹੀ ਵਜੂਦ ਨਾਲ ਰੱਬ ਨੇ ਲਾਉਣੀ ਨਹੀਂ ਸੀ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ।
ਇਹ ਤਾਂ ਜਿੰਨਾ ਚਿਰ ਦੁਨੀਆ ਹੈ ਸੁਣਨਾ ਵੀ ਚਾਹੀਦਾ ਤੇ ਬੋਲਣਾ ਵੀ ਚਾਹੀਦਾ ਹੈ। ਬੋਲਣਾ ਕੀ ਹੈ? ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਇਬਾਦਤ, ਤਲਾਵਤ, ਬੰਦਗੀ, ਸਿਮਰਨ, ਭਜਨ। ਜ਼ੁਬਾਨ ਇਸ ਲਈ ਮਿਲੀ ਹੈ, ਸੱਚ ਬੋਲਣ ਲਈ ਮਿਲੀ ਹੈ। ਕਈ ਵਾਰ ਦਾਸ ਜ਼ਿਕਰ ਕਰਦਾ ਹੁੰਦਾ ਵੀ ਜੇ ਗੁਰੂ ਕੇ ਸੱਚ ਨਾ ਬੋਲਦੇ ਤੇ ਅੱਜ ਨਾ ਮੰਦਰ ਨੰਬਣੇ ਸੀ, ਨਾ ਟੱਲ ਲੱਗਣੇ ਸੀ, ਨਾ ਧੋਤੀ ਬੋਦੀ ਲੱਭਣੀ ਸੀ, ਨਾ ਜੰਜੂ ਲੱਭਣਾ ਸੀ। ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੱਚ ਨਾ ਬੋਲਿਆ ਹੁੰਦਾ, ਸੀਸ ਨਾ ਦਿੱਤਾ ਹੁੰਦਾ, ਗੁਰੂ ਨਾਨਕ ਨੇ ਬਾਬਰ ਨੂੰ ਜਾਬਰ ਨਾ ਕਿਹਾ ਹੁੰਦਾ, ਤੇ ਬੋਲਣਾ ਤੇ ਪਵੇਗਾ। ਸੱਚ ਬੋਲਣਾ ਹੈ, ਕਿਸੇ ਦਾ ਭਲਾ ਕਰਨ ਲਈ ਬੋਲਣਾ ਹੈ, ਕਿਸੇ ਦਾ ਨੁਕਸਾਨ ਕਰਨ ਲਈ ਬੋਲਣਾ ਨਹੀਂ ਹੈ। ਕਈ ਆਖਣਗੇ ਮੈਂ ਬੜਾ ਸੱਚ ਬੋਲਦਾ, ਇਕੱਲੇ ਹੀ ਸੱਚੇ ਆ ਆਪਾਂ, ਆਪੇ ਹੀ ਦਾਵਾ ਹੈ, ਸਟੇਜ ਤੇ ਬੈਠੇ ਵੀ ਕਰ ਲੈਂਦੇ ਨੇ। ਇਹ ਸੱਚ ਨਹੀਂ ਹੈ। ਸੱਚ ਤੇ ਲੋਕ ਤੈਅ ਕਰਦੇ ਨੇ ਬੋਲਦਾ ਹੈ ਕਿ ਨਹੀਂ। ਸੱਚ ਸੰਪੂਰਨ ਨਿਰਮਲਾ, ਬੜਾ ਨਿਰਮਲ ਹੁੰਦਾ ਹੈ। ਸੱਚ ਸਦਾ ਭਲਾਈ ਕਰਦਾ ਹੈ। ਅਸੀਂ ਐਸਾ ਸੱਚ ਬੋਲ ਬੈਨੇ, ਕਈ ਵਾਰ ਲੋਕਾਂ ਦੇ ਘਰਾਂ 'ਚ ਹੀ ਅੱਗ ਬਾਲ ਦਿੰਦੇ ਹਾਂ। ਸਾਡਾ ਸੁਭਾਅ ਹੁੰਦਾ ਇੱਧਰ ਦੀ ਇੱਧਰ ਚੋਲੀ ਕਰਨ ਦਾ। ਗੱਲ ਤੇ ਭਾਵੇਂ ਉਹ ਸੱਚੀ ਹੁੰਦੀ ਹੈ, ਪਰ ਘਰ ਅੱਡੋ ਪਾਟੀ ਕਰ ਦਿੰਦੇ ਹਾਂ ਅਸੀਂ। ਉਹ ਝੂਠ ਨਾਲੋਂ ਵੀ ਬਦਤਰ ਹੈ ਸੱਚ, ਕਿਉਂਕਿ ਤੂੰ ਭਲਾ ਨਹੀਂ ਕੀਤਾ, ਉਜਾੜ ਕੇ ਆ ਗਿਆ, ਪਾੜ ਕੇ ਆ ਗਿਆ ਪਰਿਵਾਰ ਕਿਸੇ ਦਾ ਤੂੰ। ਠੀਕ ਹੈ, ਕੰਡੇ ਨੂੰ ਕੰਡਾ ਕਹਿ, ਫੁੱਲ ਨੂੰ ਫੁੱਲ ਕਹਿ, ਪਰ ਤੂੰ ਕਈ ਵਾਰ ਫੁੱਲ ਦੀਆਂ ਵੀ ਪੰਖੜੀਆਂ ਖਿਲਾਰਨ ਲੱਗ ਪੈਂਦਾ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਜਾ, ਜਮਾਲ ਹੁਸੈਨ ਵਰਗਿਆਂ ਨੂੰ ਕਹਿੰਦੇ ਜਾਓ ਇਹ ਗੱਲ ਨਹੀਂ ਬਣਨੀ। ਕਾਨੇ ਨੂੰ ਕਹਿੰਦੇ ਨਹੀਂ ਕਸਵੱਟੀ ਤੇ ਖਰੇ ਨਹੀਂ ਤੁਸੀਂ, ਸੱਜੂ ਨੂੰ ਕਹਿੰਦੇ ਕਸਵੱਟੀ ਤੇ ਖਰੇ ਨਹੀਂ। ਬਰਿੰਦਰਾ ਬਨ ਤੋਂ ਇੱਕ ਮਹਾਂਪੁਰਸ਼ ਚੱਲ ਕੇ ਗਿਆ ਹੈ, ਅੱਖਾਂ ਦੀ ਜੋਤ ਹੈ ਨਹੀਂ ਹੈ ਤੇ ਖੂੰਡੀ ਦੇ ਆਸਰੇ ਗਿਆ ਹੈ। ਨਾਮ ਹੈ ਸੂਰਦਾਸ। ਬਾਬਾ ਸੂਰਦਾਸ ਨੇ ਹੱਥ ਜੋੜ ਲਏ, ਬੜੇ ਸ਼ਰਧਾ ਦੇ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਨੂੰ ਆਖਣ ਲੱਗੇ, ਮਹਾਰਾਜ ਅੱਖਾਂ ਦੀ ਜੋਤ ਤੇ ਨਹੀਂ, ਪਰ ਜ਼ੁਬਾਨ ਨੂੰ ਬੜੀ ਬਰਕਤ ਬਖਸ਼ੀ ਹੈ ਪ੍ਰਮਾਤਮਾ ਨੇ, ਤੇ ਜੇ ਤੁਹਾਡੀ ਕਿਰਪਾ ਹੋ ਜਾਵੇ ਤੇ ਮੈਂ ਵੀ ਕੁਝ ਸਾਂਝਾ ਕਰਾਂ। ਨਿਮਰਤਾ ਵਿੱਚ ਸੀ ਤੇ ਨਿਮਰਤਾ ਜਾ ਕੇ ਜਦੋਂ ਬੋਲਿਆ, ਗੁਰੂ ਅਰਜਨ ਸਾਹਿਬ ਕਹਿੰਦੇ ਵੀ ਤੁਸੀਂ ਮਨ ਦੀ ਮੁਰਾਦ ਪੂਰੀ ਕਰ ਲਓ। ਤੇ ਸੂਰਦਾਸ ਜੀ ਬੜੇ ਵੱਡੇ ਰਾਗੀ ਸਨ, ਬੜੀ ਸੁੰਦਰ ਆਵਾਜ਼ ਸੀ ਉਹਨਾਂ ਦੀ। ਲੈ ਕੇ ਪਰਮਾਤਮਾ ਦਾ ਨਾਮ ਤੇ ਉਹਨਾਂ ਨੇ ਸ਼ਬਦ ਪੜ੍ਹਿਆ ਹੈ, ਛਾੜ ਮਨ ਹਰ ਬਿਮੁਖਨ ਕੋ ਸੰਗ। ਐਸਾ ਸ਼ਬਦ ਪੜ੍ਹਿਆ, ਕਈਆਂ ਦੇ ਗਲੇ ਤੇ ਕਿਰਪਾ ਹੁੰਦੀ ਹੈ। ਮੇਰੇ ਵਰਗੇ ਗਾਉਣ ਤੇ ਜਿਹੜੇ ਚਾਰ ਇਕੱਠੇ ਹੋਏ ਉਹ ਵੀ ਭੱਜ ਜਾਂਦੇ ਨੇ। ਕਈਆਂ ਤੇ ਕਿਰਪਾ ਹੁੰਦੀ ਹੈ, ਖਿੱਚ ਲਿਆਉਂਦੇ ਨੇ ਸੰਗਤ ਨੂੰ। ਉਹ ਸੂਰਦਾਸ ਨੇ ਜਦੋਂ ਗਾਇਆ ਨਾ, ਜਿੰਨੀ ਸੰਗਤ ਬੈਠੀ ਸੀ ਮੰਤਰ ਮੁਗਧ ਹੋ ਗਈ। ਉਹ ਅੱਖਾਂ ਮਿਟ ਗਈਆਂ, ਟਿਕ ਗਏ, ਇਕਾਗਰ ਹੋ ਗਏ, ਸਿੱਧੀ ਡੋਰ ਖੁਦਾ ਤੱਕ ਪਹੁੰਚ ਗਈ। ਅੱਛਾ, ਬਾਬਾ ਸੂਰਦਾਸ ਵੀ ਇੰਨਾ ਜੁੜਿਆ ਵੀ ਉਹ ਇੱਕ ਪੰਕਤੀ ਗਾਈ ਹੈ, ਉਹੀ ਗਾਈ ਜਾ ਰਿਹਾ ਹੈ, ਅਗਾਂਹ ਵਾਧਾ ਹੀ ਨਹੀਂ ਹੈ, ਜੁੜ ਗਿਆ ਹੈ। ਉਨੇ ਚਿਰ ਨੂੰ ਲਾਂਗਰੀ ਨੇ ਆਵਾਜ਼ ਮਾਰ ਦਿੱਤੀ ਵੀ ਗੁਰੂ ਸਾਹਿਬ ਲੰਗਰ ਤਿਆਰ ਹੈ, ਤੁਹਾਡੀ ਉਡੀਕ ਹੋ ਰਹੀ ਹੈ, ਛਕੋ ਤੇ ਸੰਗਤਾਂ ਛਕਣ। ਜਿਵੇਂ ਕੜਾਹ ਪ੍ਰਸ਼ਾਦ ਦੀ ਦੇਗ ਹੈ, ਗੁਰੂ ਪਾਤਸ਼ਾਹ ਭੋਗ ਲਾਉਂਦੇ ਨੇ ਨਾ, ਪਹਿਲਾਂ ਕਰੀ ਪਾਕਸ਼ਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਫਿਰ ਆਪਾਂ ਛਕਦੇ ਹਾਂ। ਉਹ ਲੰਗਰ ਸੰਗਤਾਂ ਉਡੀਕ ਰਹੀਆਂ ਸੀ। ਉਧਰੋਂ ਗੁਰੂ ਸਾਹਿਬ ਪ੍ਰਸੰਨ ਚਿੱਤ ਨੇ ਵੀ ਇਸ ਭਗਤ ਦੇ ਬੋਲ ਮੈਂ ਲਿਖਣੇ ਨੇ, ਸੂਰਦਾਸ ਦੇ ਬੋਲ ਮੈਂ ਲਿਖ ਦੇਣੇ ਨੇ, ਪਰ ਅੱਗੇ ਬੋਲੇ ਤੇ ਲਿਖੀਏ, ਉਹ ਤੇ ਉੱਥੇ ਅਟਕ ਗਿਆ। ਗੁਰੂ ਸਾਹਿਬ ਭਾਈ ਗੁਰਦਾਸ ਨੂੰ ਕਹਿੰਦੇ ਵੀ ਇਹਨਾਂ ਨੂੰ ਜੁੜਿਆ ਰਹਿਣ ਦੇ, ਇਹਨਾਂ ਨੂੰ ਇਕਾਗਰ ਰਹਿਣ ਦੇ, ਇਹ ਜੁੜੇ ਰਹਿਣ। ਆਹ ਪੰਕਤੀ ਜਿਹੜੀ ਹੈ ਨਾ, ਛਾੜ ਮਨ ਹਰ ਬਿਮੁਖਨ ਕੋ ਸੰਗ, ਇਹ ਲਿਖ ਦਿਓ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਤੁਸੀਂ ਭਗਤਾਂ ਦੀ ਬਾਣੀ ਤਾਂ ਲਿਖ ਰਹੇ ਜੇ ਵੀ ਜਦੋਂ ਇਹਨਾਂ ਦਾ ਨਾਮ ਬਾਣੀ ਵਿੱਚ ਆਵੇ ਇਹ ਵੀ ਦੁਨੀਆ ਤੇ ਅਮਰ ਹੋ ਜਾਣ। ਹੁਣ ਛਾੜ ਮਨ ਹਰ ਬਿਮੁਖਨ ਕੋ ਸੰਗ, ਇਹਦੇ 'ਚ ਤੇ ਸੂਰਦਾਸ ਜੀ ਦਾ ਨਾਮ ਆਉਂਦਾ ਨਹੀਂ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਲੰਗਰ ਤਿਆਰ ਹੈ, ਜੇ ਨਹੀਂ ਜਾਂਦੇ ਤੇ ਲੰਗਰ ਦੀ ਬੇਅਦਬੀ ਹੈ। ਤੇ ਜੇ ਹੁਣ ਭਗਤ ਦੀ ਬਾਣੀ ਨਹੀਂ ਲਿਖਦੇ, ਆਨੰਦ ਆਇਆ ਹੈ,
उदां ही चले जाने हैं ते भगत दी नरादरी है। ते यही लिखते ते भाई गुरदास जी कहते करो कृपा। ते फिर गुरु अर्जन साहब कहते तू इहदा आनंद ना तोड़, इनू गाउण दे जिहड़ी पंक्ति गाउंदा ए तू इस तरह कर भी बाणी शब्द मैं उचार दिना है ते सारंग राग दे विच यही बोल उचार दवांगा। ये सारंग राग विच गा रहे ने, इन्हां दा नाम उस शब्द ते लिख दवांगे, रहिंदी दुनिया तक सूरदास अमर हो जाएगा, रहिंदी दुनिया तक सूरदास दी जय जयकार रहेगी। उत्थे फिर दीन दुनिया दे मालक ने एक शब्द उचारिया है सारंग महला पंजवां, नाल लिखिया है सूरदास। इक्को शब्द है बाणी च, मंगल तो पहला महले तो पहला एक पंक्ति जिहदे उपर लिखी है, नहीं तो हर शब्द महले तो ही शुरू हुंदा है। पहला ये लिख दिता छाड़ मन हर विमुखन को संग, सारंग महला पंजवां सूरदास एक ओंकार सतगुर प्रसाद हर के संग बसे हर लोक। ये शब्द उचारिया है गुरु अर्जन साहब ने। बाबा जी बह जाओ 2 मिनट। ये शब्द उचारिया है दीन दुनिया दे मालक ने। ये जदों शब्द उचारिया ना, भाई गुरदास जी नूं कह दिता भी ये शब्द लिख दवो। शब्द महाराज ने उचार दिता है, समर्पित कर दिता है बाबे सूरदास नूं। हुण तुहानूं एक बचन कह के मैं फतेह बुला देवां। गुरु ग्रंथ साहिब विच जिन्नी गुरु पातशाह दी बाणी आवेगी उहदे पिछे नानक लफ्ज़ आउंदा है। स्वतंत्र ने लिख लिया। दसम बाणी जिन्नी आवेगी उत्थे नानक लफ्ज़ नहीं आवेगा, महला नहीं आवेगा, पातशाह आवेगा। ते कई वीर कह दिंदे जी दसम बाणी चा लिखिया नहीं है नानक लफ्ज़, गुरु ग्रंथ साहिब विच लिखिया। उन्हें ध्यान नहीं पढ़िया, गुरु ग्रंथ साहिब विच भी एक शब्द है जिथे नानक लफ्ज़ नहीं लिखिया। जिहड़ी बाणी भी गुरु दी है। हुण कबीर जी की बाणी हुई तो कबीर आ गया, फरीद जी की हुई फरीद आ गया, पर जिहड़ी 6 पातशाहां की बाणी उच नानक लफ्ज़ ही आया। एक शब्द है जिथे नहीं आया, वो है सारंग महला पंजवां सूरदास। जदों अखीरली पंक्ति आउंदी है ना, ते दीन दुनिया दे मालक गुरु अर्जन साहिब सच्चे पातशाह जिहड़े कुल कायनात दे मालक ने, वो कहंदे भाई गुरदास जी शब्द की समाप्ति ते गुरु नानक साहिब की जगह भी सूरदास का ही नाम लिखना है आपां। ते तुसीं किते पढ़ के वेखियो, तुसीं किते पढ़ के वेखो, श्याम सुंदर तज आन जो चाहत ज्यों कुष्टी तन जोक। श्याम सुंदर तज, तज खुदा नूं छड्ड दिता, पल्ला छड्ड दिता, होरां नूं चुंबड़िया फिरदा है, पत्थरां नूं चुंबड़िया फिरदा है, कबरां नूं चुंबड़िया फिरदा है, देहधारियां नूं चुंबड़िया फिरदा है। कहंदे जोक एक दिन ना लहू पींदी पींदी कोड़ी दे शरीर नूं लग गई ते लहू ते मिठा लगा। मामूली लोकां दा पीवे, नवें नरोयां दा पीवे ते ठीक सी, वो मिठा समझ के कोड़ी दा लहू की पी बैठी, तड़प तड़प के मर गई। श्याम सुंदर अकाल पुरख नूं छड्ड के एवें गैरां दे अगे झुकदे फिरना, इदां दे जिद्दां जोक ने कोड़ी दा लहू पी लिया। ये गुरु पातशाह दा शब्द सी। श्याम सुंदर तज आन जो चाहत ज्यों कुष्टी तन जोक, सूरदास मन प्रभ हथ लीनो, दीनो इहो परलोक। सूरदास मन प्रभ हथ लीनो, सूरदास दा मन प्रभु दे हथां विच है, हुक्म विच है। लोक परलोक मिल गए, नानक लफ्ज़ नहीं आया इत्थे। खैर सूरदास जी की बाणी प्रवान हो गई। 1661 विच श्री आदि ग्रंथ साहिब की रचना हो गई। अज पहला प्रकाश होने लगा है और पवित्र हस्त कमल भाई गुरदास जी दे ने जिन्हां नाल लिखिया ते पहले वजीर बाबा बुढ़ा जी गुरु दे दर दे वजीर बने। हुक्मनामा होया कल दे दिन, जो कल नूं तरीक है 10 सितंबर, गुरां दा प्रकाश पुरब समुची दुनिया अंदर मनाया जाना है। पहला प्रकाश श्री हरमंदर साहिब जी विखे, श्री अमृतसर साहिब, रामसर, रामदासपुर विखे होया और दीन दुनिया दे मालक
गुरु अर्जन साहिब सच्चे पातशाह जी के चरणों के भौरे बाबा बुढ़ा जी ने हुक्मनामा लिया और हुक्म वेखो की आया है, संतां के कारज आप खलोया, हर काम करावन आया राम। तरत सुहावी ताल सुहावा, विच अमृत जल छाया राम। ये हुक्म आया, उथे ताल है शोभनीक, उथे हरमंदर है, उथे ताल है जिथे प्रकाश होया। ਉਹ ਤਾਲ ਉਹ ਹਰਮੰਦਰ ਜਿਹਦੇ ਬਾਰੇ ਜ਼ਿਕਰ ਹੈ ਬਾਣੀ ਦੇ ਵਿੱਚ, ਡਿਠੈ ਛੱਬੈ ਥਾਵ ਨਹੀਂ ਤੁਧ गुरु आद ग्रंथ साहिब। आद अकाल पुरख की बाणी है, ता करके आद ग्रंथ किया गया। रब आद है, ਉਹਦੇ बोल ने फिर मैं पंक्ति पढ़ दवा वाहो वाहो बाणी तिस जेवड़े अवर ना कोई। हाजरा हजूर गुरु ग्रंथ साहिब, सदा इन्हां दी बाणी ते अकीदा रखिए। तलावत करया करो जपजी साहिब दी, पढ़ो जाप साहिब। गुरु पातशाह फिर कहंदे ने गुरबाणी कहे सेवक जन मानै प्रतख गुरु। पार उतारा कर दिंदी है बाणी, भुल चुकदी खिमा जी। विचार करदियां बेअंत त्रुटियां रह जांदियां ने, आप संगत ने बख्श देना। दास समुचे प्रबंधक जनां दा धन्नवाद करदा है। समुचियां सिख संगतां दा गुरुद्वारा श्री गुरु सिंह सभा नारायणा विहार नवीं दिल्ली दे समुचे संगतां दे काफले दा धन्नवाद है। गुरु ग्रंथ साहिब जी दा कोटान कोट धन्नवाद। इसे तरह मनचित बिरतियां नूं एकाग्रता बख्श के रखो। गुरु की कीर्ति आप संगत दे नाल गुरु घर तों वरसोए। रागी सिंह हुण सांझी करनगे जी, गज वज के फतेह बुलाओ। वाहिगुरू जी का खालसा वाहिगुरू जी की फतेह।